पंजाबी आवाज़ रेडियो इंडिया के ਸਰੋਤਿਆਂ ਦਾ ਨਿੱਘਾ ਸਵਾਗਤ ਹੈ। ਸਭ ਤੋਂ ਪਹਿਲਾਂ ਖਬਰਸਾਰ ਪੰਜਾਬ ਦੀ ਜਸਵਿੰਦਰ ਸਿੰਘ ਬਿੱਟਾ ਹੁਣਾਂ ਦੇ ਨਾਲ। ਜਸਵਿੰਦਰ ਸਿੰਘ ਜੀ, ਸਵਾਗਤ ਹੈ ਤੁਹਾਡਾ ਪੰਜਾਬੀ ਆਵਾਜ਼ ਦੇ ਵਿੱਚ। जी बहुत मेहरबानी, शुक्रिया, धन्यवाद और साडे सुनने वालिਆਂ ਨੂੰ प्यार भरी निੱघी सत श्री अकाल, आदाब, नमस्कार। ਸਭ ਤੋਂ ਪਹਿਲਾਂ ਤਾਂ ਵਿਧਾਨ ਸਭਾ ਦਾ ਹੋਣ ਵਾਲਾ ਜਿਹੜਾ ਸੈਸ਼ਨ ਸੀ ਉਹਦੀ ਗੱਲ ਕਰ ਲੈਂਦੇ ਆ। ਪਹਿਲੀ ਲੈਟਰ ਮੇਰਾ ਖਿਆਲ ਵੀਰ ਦਵਿੰਦਰ ਸਿੰਘ ਉਹਨਾਂ ਨੇ ਲਿਖੀ ਸੀ, ਕਿਉਂਕਿ ਉਹ ਡਿਪਟੀ ਸਪੀਕਰ ਸੀ। ਉਹਨਾਂ ਨੇ ਕਿਹਾ ਕਿ ਵਿਧਾਨ ਸਭਾ ਦੇ ਸੰਵਿਧਾਨ ਦੇ ਵਿੱਚ ਭਰੋਸੇ ਦਾ ਮਤਾ ਨਾਂ ਦੀ ਕੋਈ ਚੀਜ਼ ਨਹੀਂ ਹੈ। ਬਿਲਕੁਲ, ਬੈਸਟ ਪਾਰਲੀਮੈਂਟੇਰੀਅਨ ਦਾ ਅਵਾਰਡ ਹੈ ਜਿਹੜਾ ਉਹ ਵੀ ਡਿਪਟੀ ਸਪੀਕਰ ਹੁੰਦਿਆਂ ਸਰਦਾਰ ਵੀਰ ਦਵਿੰਦਰ ਸਿੰਘ ਨੂੰ ਮਿਲਿਆ ਸੀਗਾ। ਤੇ ਜਦੋਂ ਲਵਲੀ ਯੂਨੀਵਰਸਿਟੀ ਦੀ ਸਥਾਪਨਾ ਹੋਈ ਸੀ ਤੇ ਕੈਪਟਨ ਅਮਰਿੰਦਰ ਸਿੰਘ ਤੇ ਬੀਬੀ ਰਜਿੰਦਰ ਕੌਰ ਭੱਠਲ ਉਹਨਾਂ ਨੇ ਸਾਫ਼ ਤੌਰ ਤੇ ਵਿਧਾਨ ਸਭਾ ਦੇ ਵਿੱਚ ਹੀ ਕਿਹਾ ਸੀਗਾ ਵੀ ਆ ਤੁਸੀਂ ਹਲਵਾਈਆਂ ਨੂੰ ਜਿਹੜੇ ਯੂਨੀਵਰਸਿਟੀ ਬਣਾਉਣ ਦਾ ਜਾਂ ਡਿਗਰੀਆਂ ਬਣਾਉਣ ਦਾ ਸਰਟੀਫਿਕੇਟ ਨਹੀਂ ਦੇ ਸਕਦੇ, ਹਲਵਾਈ ਨੂੰ ਤੁਸੀਂ ਲੱਡੂ ਜਲੇਬੀਆਂ ਬਣਾਉਣ ਦਾ ਹੀ ਜਿਹੜਾ ਕੰਮ ਦੇ ਸਕਦੇ ਹੋ। ਤਾਂ ਬੈਸਟ ਪਾਰਲੀਮੈਂਟੇਰੀਅਨ ਦੇ ਤੌਰ ਦੇ ਉੱਤੇ ਵੀਰ ਦਵਿੰਦਰ ਸਿੰਘ ਕੋਲ ਬਹੁਤ ਵੱਡਾ ਤਜਰਬਾ ਵੀ ਹੈ। ਔਰ ਉਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਜਿਹੜੇ ਕਾਂਗਰਸ ਦੇ ਵਿਧਾਇਕ ਨੇ ਤੇ ਪ੍ਰਤਾਪ ਸਿੰਘ ਬਾਜਵਾ, ਇਹ ਦੋਨਾਂ ਨੇ ਚਿੱਠੀ ਲਿਖੀ ਸੀਗੀ ਔਰ ਉਹਦੇ ਸੰਬੰਧ ਦੇ ਵਿੱਚ ਇਹਨਾਂ ਨੇ ਕਿਹਾ ਸੀਗਾ ਵੀ ਦਿੱਲੀ ਦੀ ਤਰਜ਼ ਦੇ ਉੱਤੇ ਜਿਹੜਾ ਤੁਸੀਂ ਇਸ ਇਜਲਾਸ ਦੇ ਵਿੱਚ ਸਰਕਾਰ ਨੇ ਜਿਹੜਾ ਭਰੋਸੇ ਦਾ ਮਤਾ ਪੇਸ਼ ਕਰਕੇ ਭਰੋਸੇ ਦੀ ਵੋਟ ਹਾਸਲ ਕਰਨੀ ਸੀ, ਇਹ ਤੁਹਾਡੀ ਗੈਰ ਵਾਜਬ ਹੈਗੀ ਹੈ, ਇਹ ਤੁਸੀਂ ਨਹੀਂ ਕਰ ਸਕਦੇ। ਹਾਲਾਂਕਿ ਇਸ ਤਰ੍ਹਾਂ ਦੀ ਮੰਗ ਹੈ ਜਿਹੜੀ ਭਰੋਸੇ ਦਾ ਮਤਾ ਕੋਈ ਸ਼ੈ ਨਹੀਂ ਹੁੰਦੀ, ਬੇਭਰੋਸਗੀ ਮਤਾ ਹੁੰਦਾ ਹੈ। ਔਰ ਉਹ ਵੀ ਜੇ ਆਪੋਜੀਸ਼ਨ ਮੰਗ ਕਰੇ, ਜੇ ਵਿਰੋਧੀ ਧਿਰ ਕਵੇ ਵੀ ਤੁਹਾਡੇ ਤਾਂ ਸਾਨੂੰ ਪਤਾ ਲੱਗਿਆ ਵੀ ਤੁਹਾਡੇ ਕੋਲੇ ਤਾਂ ਉਨੇ ਵਿਧਾਇਕ ਨਹੀਂ ਜਾਂ ਤੁਹਾਡੇ ਵਿੱਚ ਬਹੁਮਤ ਨਹੀਂ। ਤੁਹਾਨੂੰ ਮੈਂ ਪਿੱਛੇ ਲੈ ਜਾ, ਜਦੋਂ ਬੇਅੰਤ ਸਿੰਘ ਦੀ ਕਤਲ ਹੁੰਦਾ ਹੈ ਤਾਂ ਉਦੋਂ ਇਮੀਡੀਏਟ ਬੇਅੰਤ ਸਿੰਘ ਤੋਂ ਬਾਅਦ ਜਿਹੜਾ ਸੈਕਿੰਡ ਨੰਬਰ ਦਾ ਮੰਤਰੀ ਸੀਗਾ ਉਹ ਸੀ ਸਰਦਾਰ ਹਰਚੰਦ ਸਿੰਘ ਬਰਾੜ, ਜਿਨ੍ਹਾਂ ਨੇ ਮੁਕਤਸਰ ਤੋਂ ਇਲੈਕਸ਼ਨ ਲੜੀ ਸੀ। ਤਾਂ ਉਹਨਾਂ ਨੂੰ ਬਣਾਇਆ ਗਿਆ ਮੁੱਖ ਮੰਤਰੀ। ਜਦੋਂ ਉਹਨਾਂ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ ਤਾਂ ਬੀਬੀ ਰਜਿੰਦਰ ਕੌਰ ਭੱਠਲ ਨੂੰ ਇਹ ਗੱਲ ਹਜਮ ਨਹੀਂ ਹੋਈ। ਤਾਂ ਉਦੋਂ ਗੁਲਾਮ ਨਬੀ ਆਜ਼ਾਦ ਸੀਗਾ ਕਾਂਗਰਸ ਦਾ ਇੰਚਾਰਜ, ਤਾਂ ਕਾਂਗਰਸ ਦਾ ਇੰਚਾਰਜ ਸੀ ਤੇ ਗੁਲਾਮ ਨਬੀ ਆਜ਼ਾਦ ਕੋਲੇ ਬੀਬੀ ਰਜਿੰਦਰ ਕੌਰ ਭੱਠਲ ਸਾਰੇ ਐਮਐਲਏ ਲੈ ਕੇ ਦਿੱਲੀ ਚਲੀ ਗਈ। ਤੇ ਉਦੋਂ ਦੱਸਿਆ ਜਾ ਰਿਹਾ ਕਿ ਉਦੋਂ ਗੁਲਾਮ ਨਬੀ ਆਜ਼ਾਦ ਨੇ ਵੀ ਜਿਹੜੀ ਮੋਟੀ ਚਾਂਦੀ ਦੀ ਜੁੱਤੀ ਹੈ ਜਿਹੜੀ ਉਹ ਹਾਸਲ ਕੀਤੀ ਸੀ ਬੀਬੀ ਰਜਿੰਦਰ ਕੌਰ ਭੱਠਲ ਦੇ ਮੰਤਰੀ ਮੰਡਲ ਤੋਂ, ਤੇ ਕਿਹਾ ਸੀਗਾ ਕਿ ਕੋਈ ਨਹੀਂ ਜੀ ਆਪਾਂ ਸਾਧ ਨੂੰ ਹਟਾ ਦਿੰਦੇ ਹਾਂ। ਸਾਧ ਕਿਹਾ ਜਾਂਦਾ ਸੀਗਾ ਹਰਚੰਦ ਸਿੰਘ ਬਰਾੜ ਨੂੰ, ਕਿਉਂਕਿ ਉਹ ਇੱਕ ਐਸਾ ਸਿਆਸਤਦਾਨ ਸੀ ਜਿਹੜਾ ਸਿਆਸਤ ਦੀ ਮੰਜੀ ਘਰੇ ਬੈਠ ਕੇ ਬੁਣਦਾ ਸੀ ਤੇ ਜਿਸ ਵੀ ਕਿਸੇ ਤੇ ਉਹਨੇ ਵਾਰ ਕਰਨਾ ਹੁੰਦਾ ਸੀ ਤੇ ਪਤਾ ਨਹੀਂ ਲੱਗਦਾ ਸੀਗਾ ਕਿ ਇਹ ਹਰਚੰਦ ਸਿੰਘ ਬਰਾੜ ਦਾ ਜਿਹੜਾ ਹੈਗਾ ਨਿਸ਼ਾਨਾ ਹੈਗਾ। ਤਾਂ ਉਸ ਤੋਂ ਬਾਅਦ ਬੀਬੀ ਰਜਿੰਦਰ ਕੌਰ ਭੱਠਲ ਨੂੰ ਕੁਝ ਦਿਨਾਂ ਦੇ ਲਈ ਮੁੱਖ ਮੰਤਰੀ ਬਣਾ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਇਲੈਕਸ਼ਨ ਆ ਜਾਂਦੇ ਆ। ਤਾਂ ਉਦੋਂ ਇਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਆਪਣੇ ਐਮਐਲਏ ਜਿਹੜੇ ਹੈਗੇ, ਤੁਹਾਡੇ ਸਮਰਥਕ ਜਿਹੜੇ ਐਮਐਲਏ ਉਹ ਦਿਖਾਓ। ਇਹਨਾਂ ਨੇ ਕਿਹਾ ਸੀ ਕਿ ਨਹੀਂ ਜੀ ਮੈਂ ਨਹੀਂ ਇਹ ਜੋੜ ਤੋੜ ਨਹੀਂ ਕਰ ਸਕਦਾ, ਮੈਂ ਇਹ ਐਮਐਲਏ ਨਹੀਂ ਖਰੀਦ ਸਕਦਾ, ਆਹ ਚੱਕੋ ਮੇਰਾ ਅਸਤੀਫਾ ਤੇ ਮੈਂ ਆਪਦੇ ਘਰ ਜਾਣਾ ਹੈ। ਤਾਂ ਡਿੱਗੀ ਪਈ ਮੁੱਖ ਮੰਤਰੀਸ਼ਿਪ ਸਰਦਾਰ ਹਰਚੰਦ ਸਿੰਘ ਬਰਾੜ ਨੂੰ ਉਦੋਂ ਮਿਲੀ ਸੀ। ਉਦੋਂ ਹੋ ਸਕਦਾ ਸੀਗਾ ਭਰੋਸੇ ਦਾ ਵੋਟ ਪੇਸ਼ ਕਰਨ ਦੀ ਗੱਲ ਹੋ ਸਕਦੀ ਸੀ, ਲੇਕਿਨ ਹੁਣ ਤਾਂ ਕਿਸੇ ਨੇ ਇਹ ਕਿਹਾ ਹੀ ਨਹੀਂਗਾ ਵੀ ਤੁਹਾਡੇ ਕੋਲ ਐਮਐਲਏ ਨਹੀਂ ਗੇ, ਨਾ ਕੋਈ ਮੁੱਖ ਮੰਤਰੀ ਦਾ ਗਾਹਕ ਹੈ ਵੀ ਮੰਨ ਲਓ ਭਗਵੰਤ ਸਿੰਘ ਮਾਨ ਨੂੰ ਹਟਾਉਣਾ ਹੋਵੇ ਤੇ ਕਿਸੇ ਹੋਰ ਨੂੰ ਬਣਾਉਣਾ ਹੋਵੇ, ਉਦੋਂ ਕੁਝ ਇਸ ਤਰ੍ਹਾਂ ਦੀ ਗੱਲ ਹੋ ਸਕਦੀ ਹੈ। ਦੂਜਾ, ਜਦੋਂ ਸੁਖਪਾਲ ਸਿੰਘ ਖਹਿਰਾ ਤੇ ਪ੍ਰਤਾਪ ਸਿੰਘ ਬਾਜਵਾ ਨੇ ਚਿੱਠੀਆਂ ਲਿਖੀਆਂ ਪੰਜਾਬ ਦੇ ਰਾਜਪਾਲ ਨੂੰ ਵੀ ਜਿਹੜਾ ਇਜਲਾਸ ਤੁਸੀਂ ਰੱਦ ਕਰੋ, ਕਿਉਂਕਿ ਇਹ ਤਾਂ ਵਿਧਾਨ ਸਭਾ ਦੀ ਕੋਈ ਵਿਵਸਥਾ ਨਹੀਂ, ਨਾ ਕੋਈ ਨਿਯਮ ਹੈ। ਔਰ ਇੱਕ ਵਿੱਚ ਹੋਰ ਕਾਨੂੰਨੀ ਨੁਕਤਾ ਹੈਗਾ, ਸ਼ਾਇਦ ਤੁਹਾਡੇ ਧਿਆਨ 'ਚ ਹੋਵੇ। ਤਰਨਤਾਰਨ ਦੇ ਵਿੱਚ ਇੱਕ ਅਦਾਲਤ ਹੈਗੀ ਹੈ ਬਗੀਚਾ ਸਿੰਘ ਦੀ, ਔਰ ਐਡੀਸ਼ਨਲ ਸੈਸ਼ਨ ਜੱਜ ਨੇ ਉਹਨਾਂ ਨੇ ਤਿੰਨ ਬੰਦਿਆਂ ਦੇ ਖਿਲਾਫ, ਵੈਸੇ ਤਾਂ ਉਹਨਾਂ ਨੇ ਆਪਣੇ ਮੀਡੀਆ ਦੇ ਖਿਲਾਫ ਉਹਨਾਂ ਨੇ ਜ਼ਮਾਨਤ ਲੈ ਲਈ ਸੀ। ਕੁਲਤਾਰ ਸਿੰਘ ਸੰਧਵਾ ਜਿਹੜੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਹੈ ਤੇ ਜਿਹੜੇ ਡਿਪਟੀ ਸਪੀਕਰ ਹੈ ਜੈ ਕਿਸ਼ਨ ਰੋੜੀ, ਉਹਨਾਂ ਦੇ ਖਿਲਾਫ 2 ਗੈਰ ਜ਼ਮਾਨਤੀ ਵਾਰੰਟ ਕੱਢੇ ਹੋਏ ਆ ਜਿਨ੍ਹਾਂ ਤੇ ਇਹਨਾਂ ਨੇ ਜ਼ਮਾਨਤ ਨਹੀਂ ਲਈ। ਤੇ ਜਦੋਂ 2 ਡਿਪਟੀ ਸਪੀਕਰ ਤੇ ਸਪੀਕਰ ਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਕੱਢੇ ਹੋਣ ਤਾਂ ਉਦੋਂ ਇਹ ਇਜਲਾਸ ਦੀ ਪ੍ਰਧਾਨਗੀ ਨਹੀਂ ਕਰ ਸਕਦੇ। ਇੱਕ ਕਾਰਨ ਤਾਂ ਇਹ ਵੀ ਹੈਗਾ। ਇਹਦੇ ਸੰਬੰਧੀ ਆਮ ਆਦਮੀ ਪਾਰਟੀ ਨੂੰ ਜਿਹੜਾ ਬਹੁਤ ਵੱਡਾ ਇੱਕ ਸੈਟਬੈਕ ਲੱਗਿਆ, ਜਿਹੜੀ ਇਹ ਤਿਆਰੀ ਕਰ ਰਹੇ ਸਨ ਕਿ ਸਾਡਾ ਤਾਂ ਜੀ ਤੁਸੀਂ ਦੇਖੋ ਆਮ ਆਦਮੀ ਪਾਰਟੀ ਨੇ ਵਿਪ ਵੀ ਜਾਰੀ ਕਰ ਦਿੱਤਾ ਸੀਗਾ ਵੀ ਭਰੋਸੇ ਦਾ ਮਤੇ ਦੇ ਸੰਬੰਧੀ। ਵਿਪ ਦੀ ਜਿਹੜੀ ਹੈਗੀ ਹੈ ਕਾਰਵਾਈ ਹੈਗੀ ਹੈ
ਚੀਫ ਵਿਪ ਉਹ ਬਲਜਿੰਦਰ ਕੌਰ ਨੂੰ ਐਲਾਨ ਕਰ ਦਿੱਤਾ ਸੀ, ਜਿਹੜੀ 2 ਵਾਰ MLA ਹੈ, ਤੇ ਉਹ ਬਲਜਿੰਦਰ ਕੌਰ ਵੱਲੋਂ ਵਿਪ ਜਾਰੀ ਕਰ ਦਿੱਤਾ ਗਿਆ। ਵਿਪ ਹੁੰਦਾ ਕਿ ਸਾਰੇ MLA ਨੂੰ, ਪਾਰਟੀ ਦੇ MLA ਨੂੰ ਕਿਹਾ ਜਾਂਦਾ ਹੈ ਵੀ ਤੁਸੀਂ ਇੰਨੀ ਤਰੀਕ ਨੂੰ ਇੰਨੇ ਵਜੇ ਸਦਨ ਦੇ ਵਿੱਚ ਪੇਸ਼ ਹੋਣਾ ਹੈ, ਤੇ ਜੇ ਤੁਸੀਂ ਵਿਪ ਦੀ ਉਲੰਘਣਾ ਕਰੋਗੇ ਤਾਂ ਤੁਹਾਨੂੰ ਅਸੀਂ ਡਿਸਕੁਆਲੀਫਾਈ ਵੀ ਕਰ ਸਕਦੇ ਹਾਂ, ਤੁਹਾਡੀ ਸੀਟ ਜਿਹੜੀ ਅਸੀਂ ਉਹਨੂੰ ਖਾਲੀ ਕਰਾ ਸਕਦੇ ਹਾਂ। ਕਾਨੂੰਨੀ ਇਹ ਇੱਕ ਤਰੀਕੇ ਨਾਲ ਆਦੇਸ਼ ਹੁੰਦਾ ਹੈ, ਔਰ ਕੋਈ ਵੀ ਕੰਮ ਹੋਵੇ ਵਿਧਾਨ ਸਭਾ ਦੇ ਅੰਦਰ MLA ਨੂੰ ਮੌਜੂਦ ਰਹਿਣਾ ਪੈਂਦਾ ਹੈ, ਤੇ ਸਰਕਾਰ ਮੁੱਖ ਮੰਤਰੀ ਵੱਲੋਂ ਪੇਸ਼ ਕੀਤੇ ਜਾਣ ਵਾਲੇ ਮਤੇ ਦੌਰਾਨ ਜਿਹੜੀ ਵੋਟਿੰਗ ਦੀ ਗੱਲ ਹੁੰਦੀ ਹੈ ਤਾਂ ਜੋ ਉਹ ਵੋਟ ਪਾਈ ਜਾ ਸਕੇ ਤੇ ਵੋਟ ਦੇ ਵਿੱਚ MLA ਜਿਹੜਾ ਖੁਦ ਹਾਜ਼ਰ ਰਹਿ ਸਕੇ। ਹੁਣ ਇਸੇ ਸੰਬੰਧੀ ਪੰਜਾਬ ਦੇ ਰਾਜਪਾਲ ਨੇ ਕੱਲ ਦਾ ਜਿਹੜਾ ਵਿਧਾਨ ਸਭਾ ਦਾ ਜਿਹੜਾ ਭਰੋਸਗੀ ਮਤਾ ਲਿਆਉਣ ਦਾ ਜਿਹੜਾ ਸਪੈਸ਼ਲ ਸੈਸ਼ਨ ਬੁਲਾਉਣ ਤੋਂ ਜਿਹੜਾ ਇਨਕਾਰ ਕਰ ਦਿੱਤਾ ਹੈ, ਔਰ ਇਹਦੇ ਸੰਬੰਧੀ ਜਿਹੜੇ ਐਡੀਸ਼ਨਲ ਸੋਲਿਸਿਟਰ ਜਨਰਲ ਨੇ ਸਤਪਾਲ ਜੈਨ, BJP ਦੇ MP ਵੀ ਰਹੇ ਨੇ ਚੰਡੀਗੜ੍ਹ ਤੋਂ, ਉਹਨਾਂ ਨੇ ਜਦੋਂ ਇਹ ਕਾਨੂੰਨੀ ਰਾਏ ਰਾਜਪਾਲ ਨੇ ਉਹਨਾਂ ਤੋਂ ਮੰਗੀ ਤਾਂ ਉਹਨਾਂ ਨੇ ਇਹ ਸਾਰੀ ਰਾਏ ਦਿੱਤੀ, ਤੇ ਜਿਹਦੇ 'ਚ ਉਹਨਾਂ ਨੇ ਦੱਸਿਆ ਕਿ ਵਿਧਾਨ ਸਭਾ ਦੀ ਜਿਹੜੀ ਪ੍ਰਕਿਰਿਆ ਹੈਗੀ, ਜਿਹੜੀ ਕੰਮ ਕਰਨ ਦਾ ਤਰੀਕਾ ਹੈਗਾ ਔਰ ਇਹਨਾਂ ਦੇ ਨਿਯਮ ਨੇ, ਕੇਵਲ ਬੇਭਰੋਸਗੀ ਮਤਾ ਜਿਹੜਾ ਉਹਦੇ ਤੇ ਵਿਚਾਰ ਲਿਆਂਦਾ ਜਾ ਸਕਦਾ ਹੈ। ਇਸ ਤਰ੍ਹਾਂ ਦਾ ਕੋਈ ਭਰੋਸੇ ਵਾਲਾ ਮਤੇ ਦਾ ਕੋਈ ਪ੍ਰਾਵਧਾਨ ਨਹੀਂ ਹੈ। ਜਦੋਂ ਕਿ ਪ੍ਰਤਾਪ ਸਿੰਘ ਬਾਜਵਾ, ਸੁਖਪਾਲ ਖਹਿਰਾ ਤੇ ਤੋਂ ਪਹਿਲਾਂ BJP ਦੇ ਜਿਹੜੇ ਪ੍ਰਧਾਨ ਨੇ ਪੰਜਾਬ ਦੇ ਅਸ਼ਵਨੀ ਸ਼ਰਮਾ, ਉਹਨਾਂ ਨੇ ਵੀ ਕਿਹਾ ਸੀਗਾ ਵੀ ਉਹਨਾਂ ਨੇ ਜਿਹੜੀ ਚਿੱਠੀ ਲਿਖੀ ਹੈ ਆਪਣੇ ਪੰਜਾਬ ਦੇ ਰਾਜਪਾਲ ਨੂੰ, ਉਹ ਚਿੱਠੀ ਦਾ ਜਿਹੜਾ ਹਵਾਲਾ ਵੀ ਦਿੱਤਾ ਗਿਆ, ਤੇ ਚਿੱਠੀ ਦੇ ਜਿਹੜੇ 10 ਲਾਈਨ ਦਾ ਆਰਡਰ ਹੈ ਜਿਹਦੇ 'ਚ ਪੰਜਾਬ ਦੇ ਰਾਜਪਾਲ ਨੇ ਤੇ ਪੰਜਾਬ ਦੇ ਜਿਹੜੇ ਰਾਜਪਾਲ ਦੇ ਰਾਜ ਭਵਨ ਦੇ ਵਿੱਚੋਂ ਜਿਹੜਾ ਲੈਟਰ ਆਈ ਹੈ ਆਪਣੇ ਬਾਲਾ ਮੁਰਗਮ ਜਿਹੜੇ ਪ੍ਰਿੰਸੀਪਲ ਸੈਕਟਰੀ ਗਵਰਨਰ ਪੰਜਾਬ ਨੇ, ਉਹਨਾਂ ਨੇ ਦੋਨਾਂ ਦੀਆਂ ਚਿੱਠੀਆਂ ਜਿਹੜੀਆਂ ਉਹ ਨਸ਼ਰ ਕੀਤੀਆਂ, ਜਿਹਦੇ ਸਾਫ਼ ਤੌਰ ਤੇ ਆਖਿਆ ਵੀ ਤੁਹਾਡੇ ਕੋਲ ਜਦੋਂ ਬਹੁਮਤ ਹੈਗਾ ਤੇ ਤੁਹਾਨੂੰ ਚੈਲੰਜ ਕਿਸੇ ਨੇ ਕੀਤਾ ਨਹੀਂ, ਤੇ ਫਿਰ ਤੁਸੀਂ ਕਾਨੂੰਨੀ ਰੂਪ ਦੇ ਵਿੱਚ ਜਿਹੜਾ 22 ਸਤੰਬਰ ਨੂੰ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਕਿਸ ਤਰ੍ਹਾਂ ਬੁਲਾ ਸਕਦੇ ਹੋ। ਹਾਲਾਂਕਿ ਮੁੱਖ ਮੰਤਰੀ ਕਹਿੰਦੇ ਸੀਗੇ ਵੀਡੀਓ ਜਾਰੀ ਕਰਕੇ ਕਿ ਲੋਕਾਂ ਦਾ ਭਰੋਸਾ ਕਿੰਨਾ ਮਜ਼ਬੂਤ ਹੈ, ਅਸੀਂ 22 ਸਤੰਬਰ ਨੂੰ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਦਿਖਾ ਦਿਆਂਗੇ, ਔਰ ਨਾਲ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਸਾਡਾ ਜਿਹੜਾ ਲੋਟਸ ਆਪਰੇਸ਼ਨ ਤਹਿਤ ਭਾਜਪਾ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਸੰਪਰਕ ਕੀਤਾ ਹੈ ਤੇ ਪੈਸੇ ਦੇ ਲਾਲਚ ਦਿੱਤੇ ਗਏ ਨੇ, ਹੋਰ ਕਈ ਗੱਲਾਂ ਕੀਤੀਆਂ ਗਈਆਂ। ਹਾਲਾਂਕਿ ਦੂਜੇ ਪਾਸੇ ਜਿਹੜੇ ਭਾਜਪਾ ਦੇ ਪ੍ਰਧਾਨ ਨੇ ਉਹਨਾਂ ਨੇ ਕਿਹਾ ਵੀ ਤੁਸੀਂ ਜਿਹੜਾ ਤੁਹਾਡਾ ਸੈਸ਼ਨ ਹੈ ਇਸ ਫਰਜ਼ੀ ਹੈਗਾ। ਅਸ਼ਵਨੀ ਸ਼ਰਮਾ ਨੇ ਵੀ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ, ਉਹਨਾਂ ਨੇ ਕਿਹਾ ਵੀ ਤੁਸੀਂ ਸਾਨੂੰ ਇੱਕ ਗੱਲ ਦੱਸੋ ਵੀ ਤੁਸੀਂ ਕਹੀ ਜਾਂਦੇ ਹੋ ਵੀ 1375 ਕਰੋੜ ਰੁਪਏ ਭਾਜਪਾ ਦੇ ਵੱਲੋਂ ਵਿਧਾਇਕਾਂ ਨੂੰ ਖਰੀਦਣ ਦੇ ਲਈ ਜਿਹੜੇ ਹੈਗੇ ਪੈਸੇ ਰੱਖੇ ਗਏ, ਇਹ ਰਕਮ ਕਿੱਥੇ ਰੱਖੀ ਹੈ, ਇਹਦਾ ਜਵਾਬ ਦੱਸੋ। ਕਿਹੜੇ ਬੰਦੇ ਨੇ ਕਿਹੜੇ MLA ਨੂੰ ਕਿਸ ਦੇ ਰਾਹੀਂ ਟੈਲੀਫੋਨ ਤੇ ਸੰਪਰਕ ਕੀਤਾ, ਉਹ ਨੰਬਰ ਜਨਤਕ ਕਰੋ। ਜਿਹੜਾ ਕੋਈ MLA ਨੇ ਕਿਸੇ ਨੂੰ ਫੋਨ ਕਰਕੇ ਕਿਸੇ ਜਗ੍ਹਾ ਦੱਸੀ ਹੈ ਜਾਂ ਤੁਹਾਨੂੰ ਕਿਹਾ ਵੀ ਇੱਥੇ ਮਿਲਣਾ, ਉਹ ਜਗ੍ਹਾ ਦਾ ਨਾਮ ਦੱਸੋ। ਕੋਈ ਉਹਦੀ ਆਡੀਓ ਵੀਡੀਓ ਰਿਕਾਰਡਿੰਗ ਜੇ ਤੁਹਾਡੇ ਕੋਲ ਹੈਗੀ ਹੈ ਤੇ ਉਹ ਦੱਸੋ। ਜਿਹੜੇ ਤੁਹਾਡੇ 92 ਵਿਧਾਇਕ ਹੈ ਜਿਨ੍ਹਾਂ ਨੂੰ ਕਿਸੇ ਨੂੰ ਕੋਈ ਕਾਲ ਆਈ ਹੈ ਤਾਂ ਤੁਸੀਂ ਉਹਦੀ ਸਾਨੂੰ ਕੋਈ ਇਨਪੁਟ ਤਾਂ ਦਿਓ ਨਾ, ਫਿਰ ਅਸੀਂ ਤੁਹਾਡੀ ਗੱਲ ਕਰੀਏ। ਉਹ ਕਹਿੰਦੇ ਸੈਸ਼ਨ ਜੇ ਬੁਲਾਉਂਦੇ ਹੋ ਤੁਸੀਂ ਬੁਲਾਉਣਾ ਹੈ, ਤੁਸੀਂ ਬੁਲਾਓ ਰੇਤਾ ਬਜਰੀ ਦੇ ਮਾਈਨਿੰਗ ਦੇ ਉੱਤੇ। ਅੱਜ ਇੱਕ ਨਵੀਂ ਗੱਲ ਹੋਈ ਹੈ, ਹਰਜੋਤ ਸਿੰਘ ਬੈਂਸ ਦਾ ਜਿਹੜਾ ਮਹਿਕਮਾ ਮਾਈਨਿੰਗ, ਉਹਦੇ 'ਚ RTI ਕਿਸੇ ਨੇ ਮੰਗੀ ਹੈ ਤੇ 2 ਥਾਵਾਂ ਦੇ ਉੱਤੇ ਮਾਈਨਿੰਗ ਅਪਰੂਵਡ ਹੈ, ਪਰ 15 ਥਾਵਾਂ ਤੇ ਚੱਲ ਰਹੀ ਹੈ। ਧਰਮਵੀਰ ਗਾਂਧੀ ਨੇ ਵੀ ਸਵਾਲ ਚੁੱਕਿਆ। ਉਹਨਾਂ ਨੇ ਆਖਿਆ ਜੇ ਸੈਸ਼ਨ ਤੋਂ ਹੀ ਸੱਦਣਾ ਹੈ ਤਾਂ ਸੈਸ਼ਨ ਸੱਦੋ ਪੰਜਾਬ ਦੀ ਕਾਨੂੰਨੀ ਵਿਵਸਥਾ ਦੇ ਉੱਤੇ। ਰੋਜ਼ਾਨਾ ਕਿਤੇ ਨਾ ਕਿਤੇ ਕਤਲ ਹੋ ਰਿਹਾ, ਕਿਤੇ ਗੋਲੀ ਚੱਲ ਰਹੀ ਹੈ, ਤੁਸੀਂ ਸੈਸ਼ਨ ਸੱਦੋ। ਨਸ਼ਾ ਖਤਮ ਕਰਨ ਦੇ ਲਈ ਕੀ ਕੀਤਾ ਹੈ, ਸਮੱਸਿਆਵਾਂ ਜਿਹੜੀਆਂ ਸਦਨ ਦੇ ਵਿੱਚ ਉਹ ਬੁਲਾਓ, ਲੇਕਿਨ ਗੈਰ ਜ਼ਰੂਰੀ ਕੰਮਾਂ ਦੇ ਉੱਤੇ ਤੁਸੀਂ ਪੈਸਾ ਬਰਬਾਦ ਕਰਕੇ ਇੱਕ ਐਡਵਰਟਾਈਜ਼ਮੈਂਟ ਪੇਸ਼ ਕਰਕੇ ਵੀ ਹਮਾਰਾ ਕੰਮ ਬੋਲਦਾ ਹੈ, ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਨਾ ਕਰੋ। ਇਸੇ ਸੰਬੰਧੀ BJP ਨੇ ਸੈਸ਼ਨ ਦੇ ਸੰਬੰਧੀ ਉਹਨਾਂ ਨੂੰ ਪਤਾ ਤਾਂ ਸੀਗਾ ਵੈਸੇ ਵੀ ਰੱਦ ਹੋ ਜਾਣਾ ਹੈ, ਲੇਕਿਨ BJP ਨੇ ਵੀ ਆਪਣਾ ਇਹ ਪੈਰਲਲ ਇੱਕ ਪ੍ਰੋਗਰਾਮ ਬਣਾਇਆ ਸੀਗਾ। ਉਹਨਾਂ ਨੇ ਕੱਲ ਵਿਧਾਨ ਸਭਾ ਤੱਕ ਮਾਰਚ ਕੱਢਣ ਦਾ ਜਿਹੜਾ ਪ੍ਰੋਗਰਾਮ ਉਲੀਕਿਆ ਹੈ, ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਅਸਲ ਮੁੱਦਿਆਂ ਤੋਂ ਤੁਸੀਂ ਧਿਆਨ ਭਟਕਾਉਣ ਤੋਂ ਇਲਾਵਾ, ਡਰਾਮੇ ਤੋਂ ਇਲਾਵਾ ਤੁਸੀਂ ਕੁਝ ਨਹੀਂ ਕਰ ਰਹੇ। ਔਰ ਹੋ ਸਕਦਾ BJP ਕੱਲ ਜਦੋਂ ਆਪਣੇ ਆਫਿਸ ਚੋਂ ਨਿਕਲੇਗੀ ਤਾਂ ਉਦੋਂ ਚੰਡੀਗੜ੍ਹ ਪੁਲਿਸ ਉਹਨਾਂ ਨੂੰ ਘੇਰ ਲਏਗੀ, ਉਹ ਇੱਕ ਖਬਰ ਵੱਖਰੀ ਬਣੇਗੀ। ਹੁਣ ਗੱਲ ਕਰਦੇ ਹਾਂ ਹਲਵਾਈਆਂ ਦੀ ਯੂਨੀਵਰਸਿਟੀ ਦੀ। LPU ਦੇ ਵਿੱਚ ਕਿਸੇ ਸਟੂਡੈਂਟ ਨੇ ਸੁਸਾਈਡ ਕੀਤੀ, ਆਤਮ ਹੱਤਿਆ ਕੀਤੀ ਹੈ, ਉਹਦੀ ਤਫਤੀਸ਼ ਕਿੱਥੇ ਗਈ? ਹਾਂਜੀ, ਇਹ ਬੜੀ ਮੰਦਭਾਗੀ ਘਟਨਾ ਹੈ। ਇੱਕ ਸੁਸਾਈਡ ਨਹੀਂ ਹੋਇਆ, ਇਹ ਦੂਜਾ ਸੁਸਾਈਡ ਹੋ ਗਿਆ 10 ਦਿਨਾਂ ਦੇ ਵਿੱਚ।
ਔਰ ਇਹਦੇ 'ਚ ਇੱਕ ਸਭ ਤੋਂ ਵੱਡੀ ਗੱਲ ਇਹ ਹੋਈ ਹੈ ਕਿ ਜਦੋਂ ਹਾਲੇ ਦੂਸਰੀ ਗੱਲ ਆਪਣੀ ਚੰਡੀਗੜ੍ਹ ਯੂਨੀਵਰਸਿਟੀ ਵਾਲੀ ਵੀਡੀਓ ਦੀ ਗੱਲ ਜਿਹੜੀ ਹਾਲੇ ਠੰਡੀ ਨਹੀਂ ਸੀ ਪਈ, ਉਦੋਂ ਪਹਿਲਾਂ ਆਪਣੀ ਜਿਹੜੀ ਲਵਲੀ ਯੂਨੀਵਰਸਿਟੀ ਹੈ ਉੱਥੇ ਇੱਕ ਕੇਰਲਾ ਦਾ ਜਿਹੜਾ ਬੱਚਾ ਹੈਗਾ ਉਹ ਸੁਸਾਈਡ ਕਰ ਲੈਂਦਾ ਹੈ। ਔਰ ਸੁਸਾਈਡ ਕਰਨ ਦੀ ਵਜ੍ਹਾ ਉਹਨੇ ਇੱਕ ਪ੍ਰੋਫੈਸਰ ਦਾ ਨਾਮ ਲਿਖਿਆ ਵੀ ਇਹ ਫਲਾਨਾ ਪ੍ਰੋਫੈਸਰ ਹੈ ਜਿਹੜਾ ਇਹਦੇ ਤੇ ਮੇਰਾ ਪ੍ਰੈਸ਼ਰ ਸੀਗਾ। ਹਾਲਾਂਕਿ ਜਿਹੜਾ ਲਵਲੀ ਯੂਨੀਵਰਸਿਟੀ ਨੇ ਪ੍ਰੈਸ ਨੋਟ ਜਾਰੀ ਕੀਤਾ ਹੈ ਉਹਦੇ 'ਚ ਉਹਨਾਂ ਨੇ ਲਿਖਿਆ ਕਿ ਨਹੀਂ ਜੀ ਇਹ ਤਾਂ ਪਰਿਵਾਰਕ ਮਸਲਾ ਸੀਗਾ ਤੇ ਪਰਿਵਾਰਕ ਮਸਲੇ ਕਰਕੇ ਉਹਨੇ ਬੱਚੇ ਨੇ ਸੁਸਾਈਡ ਕੀਤਾ। ਕੇਰਲ ਦਾ ਰਹਿਣ ਵਾਲਾ ਉਹ ਬੱਚਾ। ਇਹ ਤੋਂ 10 ਦਿਨ ਪਹਿਲਾਂ ਵੀ ਇੱਕ ਬੱਚੇ ਨੇ ਯੂਨੀਵਰਸਿਟੀ ਦੇ ਵਿੱਚ ਹੀ ਹੌਸਟਲ ਦੇ ਵਿੱਚ ਸੁਸਾਈਡ ਕੀਤਾ ਸੀਗਾ, ਉਹ ਵੀ ਚਰਚਾ ਦਾ ਵਿਸ਼ਾ ਹੈਗਾ। ਔਰ 2 ਸਟੂਡੈਂਟ ਜਿਨ੍ਹਾਂ ਨੇ ਹੌਸਟਲ ਦੇ ਵਿੱਚ ਸੁਸਾਈਡ ਕਰ ਲਿਆ ਔਰ ਕੇਰਲ ਦੇ ਪ੍ਰੋਫੈਸਰ ਨੂੰ ਜ਼ਿੰਮੇਦਾਰ ਠਹਿਰਾਇਆ ਗਿਆ। ਔਰ LPG ਦੇ ਵਿੱਚ ਜਦੋਂ ਉਹਦੇ ਇੱਕ ਸਾਥੀ ਨੇ ਸੁਸਾਈਡ ਕੀਤਾ ਹੈ ਤਾਂ ਜਦੋਂ ਇੱਕ ਬੱਚੇ ਨੇ ਰੌਲਾ ਪਾਇਆ ਤੇ ਪੁਲਿਸ ਬੁਲਾ ਲਈ ਗਈ, ਲਾਠੀਚਾਰਜ ਕੀਤਾ ਗਿਆ। ਔਰ ਦੂਜੇ ਪਾਸੇ ਉਹਦੇ ਜਿਹੜਾ ਆਪਣਾ ਸੁਸਾਈਡ ਨੋਟ ਦੇ ਵਿੱਚ ਸਿੱਧਾ ਲਿਖਿਆ ਹੋਇਆ ਕਿ ਉਹ ਫਲਾਨਾ ਪ੍ਰੋਫੈਸਰ ਹੈਗਾ, ਇਹ ਮੇਰੀ ਮੌਤ ਦਾ ਜ਼ਿੰਮੇਦਾਰ ਹੈਗਾ। ਔਰ ਨਾਲ ਹੀ ਜਿਹੜਾ ਬੱਚਾ ਸੀਗਾ ਲੜਕਿਆਂ ਦੇ ਜਿਹੜੇ S4 ਨੰਬਰ ਹੌਸਟਲ ਹੈ ਉਹਦੇ 'ਚ ਜਦੋਂ ਉਹਦੀ ਡੈਡ ਬੋਡੀ ਨੂੰ ਕਿਤੇ ਲੈ ਕੇ ਜਾਣਾ ਸੀ ਜਾਂ ਉਹਨੂੰ ਕਿਤੇ ਭੇਜਣਾ ਸੀਗਾ ਤੇ ਪ੍ਰਦਰਸ਼ਨ ਕਰ ਰਹੇ ਸਨ ਜਿਹੜੇ ਵਿਦਿਆਰਥੀ, ਉਹਨਾਂ ਨੇ ਯੂਨੀਵਰਸਿਟੀ ਤੋਂ ਬਾਹਰ ਆਉਣ ਦਾ ਜਦੋਂ ਯਤਨ ਕੀਤਾ ਪੁਲਿਸ ਨੇ ਵੀ ਰੋਕਿਆ ਤੇ ਉੱਥੇ ਮੀਡੀਆ ਦੀ ਐਂਟਰੀ ਵੀ ਬੰਦ ਕਰ ਦਿੱਤੀ ਗਈ। ਔਰ ਜਿਹੜਾ ਖੁਦਕੁਸ਼ੀ ਕਰਨ ਦਾ ਮਾਮਲਾ ਰਾਤ 1:30 ਵਜੇ ਦੇ ਕਰੀਬ ਇਹ ਹੋਇਆ ਤੇ ਹੁਣ ਬੱਚੇ ਉੱਥੇ ਵੀ ਵੀ ਵਾਂਟ ਜਸਟਿਸ ਦੇ ਨਾਅਰੇ ਵੀ ਲਾ ਰਹੇ ਨੇ। LPU ਦੇ ਜਿਹੜੇ ਹੈਗੇ ਆ ਨੈਸ਼ਨਲ ਹਾਈਵੇ ਤੇ ਜਾਣ ਦੀ ਵੀ ਕੋਸ਼ਿਸ਼ ਕੀਤੀ ਹੈ, ਹਾਲਾਂਕਿ ਬਾਹਰ ਕਿਸੇ ਨੂੰ ਨਹੀਂ ਜਾਣ ਦਿੱਤਾ ਜਾ ਰਿਹਾ। LPU ਪ੍ਰਸ਼ਾਸਨ ਦੇ ਖਿਲਾਫ ਵੀ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਵੀ ਸਟੂਡੈਂਟ ਬਚ ਸਕਦਾ ਸੀਗਾ। ਐਂਬੂਲੈਂਸ ਉੱਥੇ ਇੱਕ ਤਾਂ ਦੇਰੀ ਨਾਲ ਪਹੁੰਚੀ। ਵਿਦਿਆਰਥੀ ਇਹ ਮੰਗ ਕਰ ਰਹੇ ਆ ਕਿ ਜਿਹੜਾ ਤੁਸੀਂ ਸੁਸਾਈਡ ਨੋਟ ਤੁਸੀਂ ਮਿਲਿਆ ਉਹਨੂੰ ਜਨਤਕ ਕਰੋ, ਕਿਤੇ ਨਾ ਹੋਵੇ ਤੁਸੀਂ ਚੇਂਜ ਕਰ ਦਿਓ। ਯੂਨੀਵਰਸਿਟੀ ਦੇ ਮੈਨੇਜਮੈਂਟ ਨੇ ਕਾਫੀ ਆਪਸ ਦੇ ਵਿੱਚ ਬਹਿਸ ਵੀ ਹੋਈ ਹੈ ਔਰ ਦੂਜੇ ਪਾਸੇ ਵਿਦਿਆਰਥੀਆਂ ਨੇ ਜਦੋਂ ਨਹੀਂ ਮੰਨਿਆ ਤੇ ਪੁਲਿਸ ਨੇ ਲਾਠੀਚਾਰਜ ਵੀ ਕੀਤਾ ਹੈ। ਕੁਝ ਬੱਚਿਆਂ ਦੇ ਸੱਟਾਂ ਵੀ ਲੱਗੀਆਂ ਔਰ ਪਰਿਵਾਰਕ ਮੈਂਬਰ ਹੈ ਜਿਹੜੇ ਇਸ ਬੱਚੇ ਦੇ ਉਹ ਵੀ ਉੱਥੋਂ ਚੱਲ ਪਏ ਨੇ। ਫਗਵਾੜਾ ਸਿਵਲ ਹਸਪਤਾਲ ਦੇ ਵਿੱਚ ਡੈਡ ਬੋਡੀ ਜਿਹੜੀ ਰੱਖੀ ਗਈ ਹੈ। ਔਰ ਦੂਜੇ ਪਾਸੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੇ ਕਿਹਾ ਕਿ ਅਸੀਂ ਵੀ ਆਪਣੀ ਸਟੇਟਮੈਂਟ ਦਰਜ ਕਰਾਵਾਂਗੇ ਤੇ ਜਿਹੜੇ ਖਿਲਾਫ ਕਾਨੂੰਨੀ ਕਾਰਵਾਈ ਜਿਹੜੀ ਹੈਗੀ ਆ ਉਹ ਹੋਣੀ ਚਾਹੀਦੀ ਹੈ। ਔਰ ਇਹਦੇ ਸੰਬੰਧੀ ਉਹਦਾ ਹੌਸਟਲ ਦਾ ਜਿਹੜਾ ਕਮਰਾ ਹੈ ਉਹ ਵੀ ਸੀਲ ਕਰ ਦਿੱਤਾ ਗਿਆ ਹੈ। ਔਰ ਸੁਸਾਈਡ ਦੇ ਬਾਰੇ ਦੇ ਵਿੱਚ ਇਨਵੈਸਟੀਗੇਸ਼ਨ ਜਿਹੜੀ ਹੈ ਹੁਣ ਕਪੂਰਥਲਾ ਪੁਲਿਸ ਨੇ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਲਵਲੀ ਯੂਨੀਵਰਸਿਟੀ ਕਹਿੰਦੀ ਹੈ ਕਿ ਸਾਨੂੰ ਬੜਾ ਅਫਸੋਸ ਹੈ ਇਸ ਗੱਲ ਦਾ, ਲੇਕਿਨ 2 ਬੱਚਿਆਂ ਦੀ ਸੁਸਾਈਡ ਨਾਲ ਜਾਨ ਚਲੀ ਜਾਣੀ ਇਹ ਇੱਕ ਕਿਸੇ ਨਾ ਕਿਤੇ ਬੜਾ ਵੱਡਾ ਸ਼ੱਕ ਦੀ ਨਜ਼ਰ ਨਾਲ ਇਹਨੂੰ ਦੇਖਿਆ ਜਾ ਰਿਹਾ ਹੈ। ਸੁਖਪਾਲ ਸਿੰਘ ਖਹਿਰਾ ਨੇ ਵੀ ਕਿਹਾ ਕਿ ਲਵਲੀ ਯੂਨੀਵਰਸਿਟੀ ਦੇ ਵਿੱਚ ਇਹ 2 ਬੱਚਿਆਂ ਦੀ ਡੈਥ ਦੀ ਜਾਂਚ ਹੈ ਜਿਹੜੀ ਇਹ ਕਿਸੇ ਬਾਹਰਲੀ ਏਜੰਸੀ ਤੋਂ ਕਰਾਈ ਜਾਵੇ ਤਾਂ ਜੋ, ਕਿਉਂਕਿ ਆਮ ਆਦਮੀ ਪਾਰਟੀ ਦੇ MP ਨੇ, ਲਵਲੀ ਯੂਨੀਵਰਸਿਟੀ ਦੇ ਜਿਹੜੇ ਵਾਈਸ ਚਾਂਸਲਰ ਨੇ ਤੇ ਸਰਕਾਰ ਦਾ ਪੂਰਾ ਦਬਾਅ ਹੈਗਾ। ਤੁਸੀਂ ਦੇਖੋ ਵੀ ਸਰਕਾਰੀ ਯੂਨੀਵਰਸਿਟੀਆਂ ਦੇ ਵਿੱਚ ਜਿਹੜੇ VVIP ਮੰਤਰੀ ਹੈ ਜਾਂ ਕੁਝ ਹੋਰ ਵੱਡੇ ਅਧਿਕਾਰੀ ਹੈ ਉਹ ਨਹੀਂ ਆਉਂਦੇ। ਜੇ ਉਪ ਰਾਸ਼ਟਰਪਤੀ ਆਉਣਾ ਤਾਂ ਲਵਲੀ ਯੂਨੀਵਰਸਿਟੀ 'ਚ ਆਉਣਾ ਹੈ। ਹਾਲਾਂਕਿ ਜਲੰਧਰ ਦੇ ਵਿੱਚ ਹੋਰ ਵੀ ਕਦੇ ਨੈਸ਼ਨਲ ਇੰਸਟੀਚਿਊਟ ਆਫ ਟੈਕਨੋਲੋਜੀ ਹੈਗੇ ਨੇ, PTU ਹੈਗਾ, ਉੱਥੇ ਨਹੀਂ ਆਉਣਾ। ਤੇ ਕਿਵੇਂ ਮੈਨੇਜ ਕਰਦੇ ਨੇ ਤੁਸੀਂ ਖੁਦ ਹੀ ਜਾਣਦੇ ਹੋ ਕਿ ਬਿਜ਼ਨਸ ਨੂੰ ਕਿਵੇਂ ਇਹਨਾਂ ਨੇ ਐਜੂਕੇਸ਼ਨ ਨੂੰ ਕਿਵੇਂ ਵੱਡਾ ਬਿਜ਼ਨਸ ਬਣਾਇਆ ਹੋਇਆ। ਹੁਣ ਵਿਜੀਲੈਂਸ ਬਿਊਰੋ ਨੂੰ ਆਰਡਰ ਕੀਤੇ ਕਿ ਪੰਜਾਬ ਸਰਕਾਰ ਨੇ ਕਿ KP ਸਿੰਘ ਤੇ ਜਿਹੜੇ ਪਹਿਲਾਂ ਸਾਬਕਾ ਮਾਈਨਿੰਗ ਮਿਨਿਸਟਰ ਹੁੰਦੇ ਸੀ ਉਹਨਾਂ ਤੇ ਛਾਪੇ ਮਾਰੇ ਜਾਣ, ਉਹਨਾਂ ਨੂੰ ਇਨਵੈਸਟੀਗੇਸ਼ਨ ਕੀਤੀ ਜਾਵੇ। ਉਹਨਾਂ ਨੇ ਉਲਟਾ ਵਾਰ ਕਰਕੇ ਕਿਹਾ ਕਿ ਹੁਣ ਇਹਨਾਂ ਦੇ ਮੰਤਰੀ ਜਿਹੜੇ ਆ ਮਾਈਨਿੰਗ ਲਈ ਉਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਕਿ ਗੈਰ ਕਾਨੂੰਨੀ ਮਾਈਨਿੰਗ ਚੱਲ ਰਹੀ ਹੈ। ਹਾਂਜੀ, ਰਾਣਾ KP ਜਿਨ੍ਹਾਂ ਬਾਰੇ ਚਰਚਾ ਚੱਲਦੀ ਸੀਗੀ, ਜਿਹੜੇ ਸਪੀਕਰ ਰਹੇ ਨੇ ਹਰਜੋਤ ਬੈਂਸ, ਉਹਨਾਂ ਦੇ ਮੁਕਾਬਲੇ ਦੇ ਵਿੱਚ ਚੋਣ ਜਿੱਤ ਗਏ ਸੀਗੇ। ਔਰ ਹਰਜੋਤ ਬੈਂਸ ਇਸ ਸਮੇਂ ਮਾਈਨਿੰਗ ਦੇ ਮੰਤਰੀ ਨੇ। ਔਰ ਇਸੇ ਸੰਦਰਭ ਦੇ ਵਿੱਚ ਜਦੋਂ ਅੱਜ ਇੱਕ ਅਖਬਾਰ ਨੇ ਇਹ ਖਬਰ ਲਾ ਦਿੱਤੀ ਕਿ ਰਾਣਾ KP ਦਾ ਜਿਹੜਾ ਇੱਕ ਇਨਵੈਸਟੀਗੇਸ਼ਨ ਦੇ ਵਿੱਚ ਲੋੜ ਹੈਗੀ ਹੈ, ਮਾਈਨਿੰਗ ਉਹਨਾਂ ਦੇ ਨਾਮ ਤੇ ਹੁੰਦੀ ਹੈ ਤੇ ਜਦੋਂ ਸਪੀਕਰ ਸੀਗੇ ਉਦੋਂ ਵੀ ਬੜੇ ਵੱਡੇ ਪੱਧਰ ਦੇ ਉੱਤੇ ਨੇ ਮਾਈਨਿੰਗ ਕੀਤੀ ਹੈ ਤੇ ਬੜੇ ਜ਼ਿੰਮੇਵਾਰ ਅਖਬਾਰ ਨੇ ਉਹ ਖਬਰ ਲਾ ਦਿੱਤੀ ਕਿ ਵਿਜੀਲੈਂਸ ਦੇ ਰਡਾਰ ਤੇ ਨੇ। ਤਾਂ ਉਦੋਂ ਰਾਣਾ KP ਨੇ ਔਰ ਦੂਸਰੇ ਪਾਸੇ ਆਪਣੇ ਰਾਜਾ ਵੜਿੰਗ ਔਰ ਸੁਖਜਿੰਦਰ ਸਿੰਘ ਰੰਧਾਵਾ ਤੇ ਇੱਕ ਮੰਤਰੀ ਸਾਬਕਾ ਮੰਤਰੀ ਹੋ ਰਿਹਾ, ਜਿਨ੍ਹਾਂ ਨੇ ਚਾਰਾਂ ਨੇ ਪ੍ਰੈਸ ਕਾਨਫਰੰਸ ਕੀਤੀ ਅੱਜ।
ਉਹਨਾਂ ਨੇ ਆਖਿਆ ਕਿ ਅੱਜ ਮੈਂ ਇਸੇ ਲਈ ਪ੍ਰੈਸ ਕਾਨਫਰੰਸ ਕਰਨ ਆਇਆ ਕਿ ਮੇਰੇ ਤੇ ਕਾਫੀ ਇਲਜ਼ਾਮ ਲੱਗ ਰਹੇ ਨੇ। ਹਾਲਾਂਕਿ ਕੱਲ ਦੀ ਵੀ ਇੱਕ ਚਰਚਾ ਸੀਗੀ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਦੇ ਵਿੱਚ ਸ਼ਮੂਲੀਅਤ ਕਰਨੀ ਸੀ, ਆਪਣੀ ਪਾਰਟੀ ਦਾ ਰਲੇਵਾਂ ਕਰਨਾ ਸੀਗਾ, ਉਦੋਂ 3 ਨਾਂ ਆਉਂਦੇ ਸੀਗੇ। ਉਦੋਂ ਇਹ ਨਾਂ ਆਉਂਦੇ ਸੀਗੇ, ਇੱਕ ਤਾਂ ਆਉਂਦਾ ਸੀ ਓਮ ਪ੍ਰਕਾਸ਼ ਸੋਨੀ ਦਾ ਨਾਮ, ਕਿ ਓਮ ਪ੍ਰਕਾਸ਼ ਸੋਨੀ ਜਿਹੜੇ ਸਾਬਕਾ ਮੰਤਰੀ ਰਹੇ ਨੇ, ਉਹਨਾਂ ਦਾ ਨਾਮ ਕਰੋਨਾ ਜਦੋਂ ਸੀ ਫੈਲਿਆ ਪੰਜਾਬ ਦੇ ਵਿੱਚ, ਉਦੋਂ ਸੈਨੀਟਾਈਜ਼ਰ ਦੇ ਵਿੱਚ ਔਰ ਪੀਪੀ ਕਿੱਟਾਂ ਦੇ ਵਿੱਚ ਕਾਫੀ ਵੱਡੇ ਪੱਧਰ ਦੇ ਉੱਤੇ ਜਿਹੜੇ ਵੈਲਨੈਸ ਸੈਂਟਰ ਖੋਲ੍ਹੇ ਗਏ ਸੀ, ਉਹਦਾ ਸਮਾਨ ਖਰੀਦਣ ਦੇ ਮਾਮਲੇ ਦੇ ਵਿੱਚ ਬਹੁਤ ਵੱਡਾ ਕਰਪਸ਼ਨ ਹੋਈ ਸੀਗੀ ਔਰ ਸੋਨੀ ਦੇ ਖਿਲਾਫ ਉਦੋਂ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਦੂਜਾ ਆਉਂਦਾ ਸੀ ਨਾਮ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇਪੀ ਦਾ, ਔਰ ਰਾਣਾ ਕੇਪੀ ਦਾ ਨਾਮ ਸਿੱਧੇ ਤੌਰ ਤੇ ਕਿਸੇ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਸਾਹਮਣੇ ਤਾਂ ਨਹੀਂ ਆਇਆ, ਲੇਕਿਨ ਭਾਜਪਾ ਨੇ ਕਿਹਾ ਵੀ ਨਹੀਂ, ਅਸੀਂ ਇਹਨਾਂ ਨੂੰ ਜੁਆਇਨ ਨਹੀਂ ਕਰਾਉਣਾ। ਰਾਣਾ ਕੇਪੀ ਭਾਜਪਾ ਦੇ ਵਿੱਚ ਸ਼ਾਮਲ ਹੋਣ ਦੇ ਲਈ ਕੈਪਟਨ ਦੇ ਨਾਲ ਦਿੱਲੀ ਵੀ ਗਏ ਸੀਗੇ, ਲੇਕਿਨ ਕੈਪਟਨ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਜਦੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਉਹਨਾਂ ਦੀ ਮੀਟਿੰਗ ਹੋਈ, ਉਹਨਾਂ ਦੀ ਲਿਸਟ ਦੇ ਵਿੱਚ ਸੋਨੀ ਤੇ ਧਰਮਸੋਤ ਦੇ ਨਾਮ ਦੇ ਨਾਲ ਇਹ ਲਿਸਟ ਦਿੱਤੀ ਗਈ, ਤਾਂ ਇਹ ਨਾਮ ਜਿਹੜੇ ਆ ਬੀਜੇਪੀ ਨੇ ਕੱਟ ਦਿੱਤੇ। ਬੀਜੇਪੀ ਨੇ ਕਹਿ ਦਿੱਤਾ ਕਿ ਇਹ ਜਿਹੜੇ ਦੋਸ਼ਾਂ ਦੇ ਵਿੱਚ ਘਿਰੇ ਨੇ ਕਾਂਗਰਸੀ ਨੇਤਾ, ਇਹਨਾਂ ਨੂੰ ਪਾਰਟੀ ਨਹੀਂ ਲਏਗੀ ਤੇ ਭਾਜਪਾ ਆਪਣੇ ਉੱਪਰ ਇਸ ਤਰ੍ਹਾਂ ਦਾ ਭ੍ਰਿਸ਼ਟਾਚਾਰ ਦਾ ਕਲੰਕ ਨਹੀਂ ਲੈਣਾ ਚਾਹੁੰਦੀ। ਔਰ ਰਾਣਾ ਕੇਪੀ ਨੇ ਅੱਜ ਸਫਾਈ ਦਿੱਤੀ ਹੈ, ਉਹਨਾਂ ਨੇ ਆਖਿਆ ਵੀ ਅਸਲ ਦੇ ਵਿੱਚ ਆਰਟੀਆਈ ਦੇ ਵਿੱਚ ਇੱਕ ਵਿਅਕਤੀ ਨੇ ਸੂਚਨਾ ਮੰਗੀ ਕਿ ਕਿੱਥੇ ਕਿੱਥੇ ਮਾਈਨਿੰਗ ਹੋ ਰਹੀ ਹੈ ਸਰਕਾਰੀ ਤੌਰ ਤੇ, ਜਿਹੜੀ ਹੈ ਕਾਨੂੰਨੀ ਤੌਰ ਦੇ ਉੱਤੇ, ਤਾਂ 2 ਜਗ੍ਹਾ ਦੀ ਮਾਈਨਿੰਗ ਦੀ ਜਾਣਕਾਰੀ ਹੈ ਜਿਹੜੀ ਉਹ ਪੰਜਾਬ ਸਰਕਾਰ ਨੇ ਦਿੱਤੀ ਹੈ। ਲੇਕਿਨ ਇਸੇ ਸੰਦਰਭ ਦੇ ਵਿੱਚ ਧਰਮਵੀਰ ਗਾਂਧੀ ਜਿਹੜੇ ਇੱਕ ਮਾਨਿਕ ਗੋਇਲ ਜਿਹੜੇ ਆਰਟੀਆਈ ਐਕਟਿਵਿਸਟ ਨੇ, ਉਹਨਾਂ ਨੇ ਜਦੋਂ ਕਿਹਾ ਕਿ 2 ਥਾਵਾਂ ਦੇ ਉੱਤੇ ਮਾਈਨਿੰਗ ਸਰਕਾਰੀ ਪੱਧਰ ਤੇ ਹੋ ਰਹੀ ਹੈ ਤੇ ਤੁਸੀਂ ਇੱਥੇ ਤਾਂ ਚੱਲ ਰਹੀ ਹੈ 15 ਥਾਵਾਂ ਦੇ ਉੱਤੇ, ਵੱਖ-ਵੱਖ ਜਗ੍ਹਾ ਦੇ ਨਾਮ ਵੀ ਉਹਨਾਂ ਨੇ ਦਿੱਤੇ ਹੈ ਕਿ ਤੁਸੀਂ ਤਾਂ ਵੱਖ-ਵੱਖ ਜਗ੍ਹਾ ਦੇ ਉੱਤੇ ਜਿਹੜੀ ਮਾਈਨਿੰਗ ਚੱਲ ਰਹੀ ਹੈ ਤੇ ਉਹਦੇ ਲਈ ਮਾਈਨਿੰਗ ਮੰਤਰੀ ਖੁਦ ਜ਼ਿੰਮੇਵਾਰ ਹੈ। ਹਰਜੋਤ ਸਿੰਘ ਬੈਂਸ ਬਾਰੇ ਉਹਨਾਂ ਨੇ ਆਖਿਆ ਤੇ ਹਰਜੋਤ ਸਿੰਘ ਬੈਂਸ ਤੇ ਉਹਨਾਂ ਨੇ ਕਾਫੀ ਟਿੱਪਣੀਆਂ ਵੀ ਕੀਤੀਆਂ ਨੇ। ਹਰਜੋਤ ਸਿੰਘ ਬੈਂਸ ਬਾਰੇ ਉਹਨਾਂ ਨੇ ਕਿਹਾ ਕਿ ਹਰਜੋਤ ਸਿੰਘ ਬੈਂਸ ਜਿਹੜਾ ਪੰਜਾਬ ਸਰਕਾਰ ਦੇ ਵਿੱਚ ਮਾਈਨਿੰਗ ਮੰਤਰੀ ਹੈ, ਤਾਂ ਇਹਦਾ ਖੁਦ ਦਾ ਜਿਹੜਾ ਲਾਇਸੈਂਸ ਹੈ ਜਿਹਨੇ ਲਾਅ ਕੀਤਾ ਸੀਗਾ ਤੇ ਬਾਅਦ ਦੇ ਵਿੱਚ ਇਹਦੇ ਲਾਇਸੈਂਸ ਦੇ ਵਿੱਚ ਕੋਈ ਗੜਬੜ ਨਿਕਲੀ ਸੀ ਤੇ ਇਹਨੇ ਲਾਇਸੈਂਸ ਬੜੀ ਮੁਸ਼ਕਲ ਨਾਲ ਉਹਨੂੰ ਰੀਨਿਊ ਕਰਾਇਆ ਸੀਗਾ। ਤੇ ਦੂਜਾ ਧਰਮਵੀਰ ਗਾਂਧੀ ਨੇ ਇਹ ਵੀ ਦੋਸ਼ ਲਾਇਆ, ਉਹਦੇ ਪਰਿਵਾਰ ਦੇ ਉੱਤੇ ਕਾਫੀ ਗੰਭੀਰ ਦੋਸ਼ ਲਾਏ ਨੇ, ਉਹ ਸੱਚੇ ਨੇ ਝੂਠੇ ਨੇ ਇਹ ਬਾਅਦ ਦੀ ਗੱਲ ਹੈ। ਉਹਨਾਂ ਨੇ ਕਿਹਾ ਕਿ ਜੇ ਇਸ ਤਰ੍ਹਾਂ ਦਾ ਇਲਜ਼ਾਮ ਮੇਰੇ ਤੇ ਤੁਸੀਂ ਲਾਉਣੇ ਹੋ, ਰਾਣਾ ਕੇਪੀ ਨੇ ਆਖਿਆ ਵੀ ਮੈਂ ਮਾਈਨਿੰਗ ਕਰਾਉਣਾ ਹੈ ਜਾਂ ਮੇਰੀ ਹਿੱਸੇਦਾਰੀ ਹੈ, ਤਾਂ ਤੁਸੀਂ ਸਿਟਿੰਗ ਜੱਜ ਤੋਂ ਜਾਂ ਸੀਬੀਆਈ ਤੋਂ ਇੱਕ ਇਨਕੁਆਇਰੀ ਕਰਾ ਲਓ ਤੇ ਨਾਲ ਮੈਂ ਤੁਹਾਨੂੰ ਦੱਸ ਦੂੰਗਾ ਵੀ ਜਿਹੜੀਆਂ ਮਾਈਨਿੰਗ ਦੇ ਵਿੱਚ ਹੁਣ ਜਿਹੜਾ ਕੰਮ ਹੋ ਰਿਹਾ ਉਹਦੇ ਵਿੱਚ ਹਰਜੋਤ ਬੈਂਸ ਦਾ ਕਿੰਨਾ ਹਿੱਸਾ ਹੈ ਤੇ ਹਰਜੋਤ ਬੈਂਸ ਉਨੀ ਦੇਰ ਤੱਕ ਆਪਣੇ ਅਹੁਦੇ ਤੋਂ ਅਸਤੀਫਾ ਦੇਵੇ। ਤੇ ਕਿਉਂਕਿ ਉਹਨਾਂ ਨੇ ਆਖਿਆ ਕਿ ਜਿਹੜਾ ਬੰਦਾ ਇਸ ਆਪਣੇ ਕਿਸੇ ਡਿਪਾਰਟਮੈਂਟ ਦਾ ਹੈੱਡ ਹੋਏਗਾ ਤੇ ਉਹਦੇ ਇਨਵੈਸਟੀਗੇਸ਼ਨ ਜੋ ਕਰਾਏਗਾ ਤਾਂ ਸੁਭਾਵਿਕ ਤੌਰ ਤੇ ਹੈ ਵੀ ਉਹ ਜਿਹੜੀ ਪ੍ਰੈਸ਼ਰ ਦੇ ਵਿੱਚ ਉਹਨੂੰ ਦੋਸ਼ੀ ਨਹੀਂ ਮੰਨੇਗੀ। ਉਹਨਾਂ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ, ਉਹਨਾਂ ਨੇ ਆਖਿਆ ਕਿ ਜੇ ਤਾਂ ਤੁਸੀਂ ਮੇਰੀ ਗੱਲ ਸੁਣਦੇ ਹੋ ਤਾਂ ਠੀਕ ਹੈ, ਨਹੀਂ ਤਾਂ ਮੈਂ ਇਹਦੇ ਸੰਬੰਧੀ ਕੋਰਟ 'ਚ ਜਾਵਾਂਗਾ। ਰਾਣਾ ਕੇਪੀ ਨੇ ਸਾਫ਼ ਤੌਰ ਤੇ ਆਖਿਆ ਔਰ ਉਹਨਾਂ ਨੇ ਸਾਫ਼ ਤੌਰ ਤੇ ਇਹ ਗੱਲ ਕਹੀ ਹੈ ਕਿ ਜੇ ਮੈਨੂੰ ਇਨਸਾਫ ਨਾ ਮਿਲਿਆ ਜਾਂ ਮੈਨੂੰ ਇਸ ਤਰ੍ਹਾਂ ਦੀ ਬਦਨਾਮ ਕਰਨ ਦੀ ਤੁਸੀਂ ਸਾਜ਼ਿਸ਼ ਰਚਦੇ ਰਹੇ, ਹਰ ਰੋਜ਼ ਤੁਸੀਂ ਮੈਨੂੰ ਕਹਿੰਦੇ ਰਹੇ। ਸੁੰਦਰ ਸ਼ਾਮ ਅਰੋੜਾ ਜਿਹੜੇ ਨੇ ਮੰਤਰੀ ਅੱਜ ਉਹ ਵੀ ਵਿਜੀਲੈਂਸ ਨੂੰ ਮਿਲੇ ਨੇ ਤੇ ਹੁਣ ਜਦੋਂ ਆਰਟੀਆਈ ਦੇ ਵਿੱਚ ਇਹ ਪਤਾ ਕੀਤਾ ਗਿਆ ਵੀ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਖੱਡਾਂ ਚੱਲ ਰਹੀਆਂ, ਤਾਂ ਪੰਜਾਬ ਸਰਕਾਰ ਖੁਦ ਕਹਿੰਦੀ ਹੈ ਕਿ ਇੱਕ ਖੱਡ ਚੱਲ ਰਹੀ ਹੈ ਬਲੀਏਵਾਲ ਤੇ ਦੂਜੀ ਚੱਲ ਰਹੀ ਹੈ ਖਾਸੀ ਕਲਾਂ, ਇਹ ਦੋਨੇ ਹੈਗੇ ਲੁਧਿਆਣੇ ਜ਼ਿਲ੍ਹੇ ਦੇ ਵਿੱਚ। ਤੇ ਰਾਣਾ ਕੇਪੀ ਨੇ ਕਿਹਾ ਕਿ ਪੰਜਾਬ ਦੇ ਵਿੱਚ ਜਿਹੜੀਆਂ ਹੋਰ ਖੱਡਾਂ ਚੱਲ ਰਹੀਆਂ ਉਹਦੇ ਚ ਅਨੰਦਪੁਰ ਸਾਹਿਬ ਹੈ, ਰੋਪੜ ਹੈ, ਪਠਾਨਕੋਟ ਹੈ, ਤਰਨਤਾਰਨ ਹੈ, ਫਿਰੋਜ਼ਪੁਰ ਜ਼ਿਲ੍ਹੇ 'ਚ ਚੱਲ ਰਹੀ ਹੈ। ਉਹਨਾਂ ਨੇ ਜਲੰਧਰ ਦੇ ਕੁਝ ਇਲਾਕੇ ਦੱਸੇ ਆ, ਕਪੂਰਥਲਾ ਦੱਸੇ ਹੈ। ਉਹਨਾਂ ਨੇ ਆਖਿਆ ਕਿ ਚਲੋ ਹੁਣ ਤਾਂ ਸਾਡੀ ਸਰਕਾਰ 6 ਮਹੀਨੇ ਹੋ ਗਏ, ਹੁਣ ਤਾਂ ਤੁਹਾਡੀ ਸਰਕਾਰ ਹੈ ਤੇ ਮਾਈਨਿੰਗ ਹਜੇ ਵੀ ਹੋ ਰਹੀ ਹੈ। ਔਰ ਨਾਲ ਉਹਨਾਂ ਨੇ ਆਖਿਆ ਕਿ ਜਦੋਂ ਰਾਵੀ ਦੇ ਵਿੱਚ ਪਾਣੀ ਹੋਵੇ ਗੁਰਦਾਸਪੁਰ ਤੇ ਪਠਾਨਕੋਟ ਦੇ ਵਿੱਚ ਉਦੋਂ ਵੀ ਮਾਈਨਿੰਗ ਚੱਲ ਰਹੀ ਹੈ। ਪਿੱਛੇ ਜੇ ਆਰਮੀ ਤੇ BSF ਨੇ ਵੀ ਕਹਿ ਦਿੱਤਾ ਗਿਆ ਸੀਗਾ ਕਿ ਇਹ ਜਿਹੜੀ ਮਾਈਨਿੰਗ ਹੈਗੀ ਹੈ ਇਹ ਸਾਡਾ ਜਿਹੜਾ ਹੈਗਾ ਬਾਰਡਰ ਸਟੇਟ ਹੈ ਤੇ ਸਾਨੂੰ ਸਰਹੱਦ ਦੇ ਉੱਤੇ ਖਤਰਾ ਹੈ। ਉਹਨਾਂ ਨੇ ਪੁੱਛਿਆ ਹਰਜੋਤ ਸਿੰਘ ਬੈਂਸ ਨੂੰ ਵੀ ਜੇ ਲੀਗਲ ਖੱਡਾਂ ਸਿਰਫ 2 ਚੱਲ ਰਹੀਆਂ ਤੇ ਬਾਕੀ ਸਾਰੇ ਪੰਜਾਬ ਦੇ ਵਿੱਚ ਰੇਤਾ ਜਿਹੜਾ ਉਹ ਕਿਹਦੇ ਇਸ਼ਾਰੇ ਤੇ ਕੱਢਿਆ ਜਾ ਰਿਹਾ, ਕਿਹਦੇ ਇਸ਼ਾਰੇ ਤੇ ਲੁੱਟਿਆ ਜਾ ਰਿਹਾ ਹੈ ਔਰ ਪੰਜਾਬ ਦੇ ਲੋਕ ਇਹ ਜਾਣਨਾ ਚਾਹੁੰਦੇ ਨੇ। ਇਸੇ ਕਰਕੇ ਅੱਜ ਰਾਣਾ ਕੇਪੀ ਨੇ ਇੱਕ ਚੈਲੰਜ ਕੀਤਾ, ਪਰ ਪੰਜਾਬ ਸਰਕਾਰ ਨੇ, ਪੰਜਾਬ ਦੇ ਮੰਤਰੀ ਨੇ ਹਾਲੇ ਤੱਕ ਇਸੇ ਸੰਬੰਧੀ ਆਪਣੀ ਕੋਈ ਸਫਾਈ ਜਿਹੜੀ ਹੈ ਉਹ ਨਹੀਂ ਦਿੱਤੀ। ਹੁਣ ਕੱਲ ਜਾਂ ਪਰਸੋਂ ਕੈਪਟਨ ਅਮਰਿੰਦਰ ਸਿੰਘ ਫਾਰਮਲੀ ਬੀਜੇਪੀ ਦੇ ਵਿੱਚ ਆਏ ਆ, ਕੋਈ ਹੋਰ ਵੀ ਕਾਂਗਰਸੀ ਆਉਣਾ ਚਾਹੁੰਦੇ ਸਨ,
ਪਰ ਕਹਿੰਦੇ ਕਿ ਬੀਜੇਪੀ ਦੇ ਨੇਤਾ ਤੇ ਬੀਜੇਪੀ ਦੇ ਵਰਕਰ ਇਸ ਗੱਲ ਤੇ ਦੁਖੀ ਆ ਕਿ ਤੁਸੀਂ ਨਵੇਂ ਚਿਹਰੇ ਲੈ ਰਹੇ ਆ ਜਿਹੜੇ ਦਾਗੀ ਚਿਹਰੇ, ਪਰ ਬੀਜੇਪੀ ਦੇ ਬੰਦਿਆਂ ਨੂੰ ਕੋਈ ਪੁੱਛਦਾ ਹੀ ਨਹੀਂ। ਬਿਲਕੁਲ ਇਹ ਗੱਲ ਠੀਕ ਹੈਗੀ ਆ। ਹੁਣ ਜਿਵੇਂ ਆਪਾਂ ਪਹਿਲਾਂ ਹੀ ਇਹਦਾ ਵੈਸੇ ਤਾਂ ਜ਼ਿਕਰ ਆਪਾਂ ਕਰ ਚੁੱਕੇ, ਮੈਂ ਦੁਬਾਰਾ ਸਾਨੂੰ ਆਪਾਂ ਇਹਦੀ ਗੱਲ ਦੇ ਉੱਤੇ ਚਰਚਾ ਕਰ ਸਕਦੇ ਹਾਂ ਕਿ ਜਦੋਂ ਹੁਣ ਕੈਪਟਨ ਅਮਰਿੰਦਰ ਸਿੰਘ ਚਲੇ ਗਏ ਦਿੱਲੀ, ਤਾਂ ਦਿੱਲੀ ਜਾ ਕੇ ਉਹਨਾਂ ਨੇ ਇੱਕ ਲਿਸਟ ਵਿਖਾਈ, ਤਾਂ ਲਿਸਟ ਦੇ ਵਿੱਚ 3 ਨਾਮ ਸੀਗੇ, ਓਪੀ ਸੋਨੀ, ਸਾਧੂ ਸਿੰਘ ਧਰਮਸੋਤ ਔਰ ਰਾਣਾ KP। ਇਹ ਤਿੰਨੇ ਨਾਮ ਸੀਗੇ, ਕਿਉਂਕਿ ਤਿੰਨੇ ਨਾਮ ਇਹ ਤਿਆਰੀ ਵੀ ਕਰਕੇ ਗਏ ਸੀਗੇ ਕਿ ਇਹਨਾਂ ਨੂੰ ਵੀ ਬੀਜੇਪੀ ਜਿਹੜੀ ਹੈ ਜੁਆਇਨ ਕਰਾਈ ਜਾਏਗੀ। ਔਰ ਇਹਦੇ 'ਚ ਜਿਵੇਂ ਪਹਿਲਾਂ ਲਾਈਨ ਆਫ ਐਕਸ਼ਨ ਜਿਹੜਾ ਪੰਜਾਬ ਦੀ ਭਾਜਪਾ ਨੇ ਬਦਲਿਆ, ਉਹਨਾਂ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਵਿੱਚ ਜਿਹੜੇ ਘਿਰੇ ਨੇ ਕਾਂਗਰਸ ਨੇਤਾ, ਤੁਸੀਂ ਇਹਨਾਂ ਨੂੰ ਸ਼ਾਮਲ ਕਰਾਈ ਜਾਂਦੇ ਹੋ। ਤਾਂ ਦੂਜੇ ਪਾਸੇ ਇਹ ਵੀ ਚਰਚਾ ਚੱਲੀ ਕਿ ਸਾਧੂ ਸਿੰਘ ਧਰਮਸੋਤ ਤਾਂ ਹਜੇ ਹੁਣੇ ਹੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਦੇ ਵਿੱਚ ਉਹਨਾਂ ਦਾ ਨਾਮ ਬੋਲਦਾ ਰਿਹਾ ਹੈ। ਫੋਰੈਸਟ ਮੰਤਰੀ ਹੁੰਦਿਆਂ ਦਰਖਤਾਂ ਦੀ ਕਟਾਈ ਦੇ ਵਿੱਚ, ਟਰੀ ਗਾਰਡ ਦੀ ਖਰੀਦ ਦੇ ਵਿੱਚ ਉਹਨਾਂ ਨੇ ਕਮਿਸ਼ਨ ਲਿਆ ਹੈ। ਵਿਜੀਲੈਂਸ ਨੇ ਉਹਨਾਂ ਦੇ ਖਿਲਾਫ ਮੁਕੱਦਮਾ ਵੀ ਦਰਜ ਕੀਤਾ ਹੈ, ਹਾਲੇ ਉਹਨਾਂ ਨੂੰ ਜ਼ਮਾਨਤ ਤੇ ਹੁਣੇ ਰਿਹਾ ਕੀਤਾ ਹੈ। ਤੇ ਥੋੜੇ ਦਿਨਾਂ 'ਚ ਓਪੀ ਸੋਨੀ ਦੇ ਖਿਲਾਫ ਵੀ ਇਸ ਤਰ੍ਹਾਂ ਦੀ ਜਿਹੜੀ ਫਾਈਲ ਖੁੱਲਣ ਜਾ ਰਹੀ ਹੈ। ਇਸੇ ਤਰ੍ਹਾਂ ਹੀ ਜਿਹੜਾ ਭਾਜਪਾ ਨੇ ਫੈਸਲਾ ਕੀਤਾ ਕਿ ਇਹਨਾਂ ਵਿਅਕਤੀਆਂ ਨੂੰ ਅਸੀਂ ਸ਼ਾਮਲ ਨਹੀਂ ਕਰਨਾ, ਅਸੀਂ ਬਦਨਾਮੀ ਨਹੀਂ ਕੱਟਣੀ, ਕਿਉਂਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੀਗੇ ਬੀਜੇਪੀ ਵਾਲੇ, ਤਾਂ ਉਦੋਂ ਵੀ ਅਕਾਲੀ ਦਲ ਦੇ ਉੱਤੇ ਭ੍ਰਿਸ਼ਟਾਚਾਰ ਦਾ ਕੋਈ ਸਿੱਧਾ ਜਿਹੜਾ ਦੋਸ਼ ਹੈ ਉਹਦਾ ਕੋਈ ਸਬੂਤ ਨਹੀਂ ਸੀ ਮਿਲਿਆ। ਤੇ ਭਾਜਪਾ ਇਸੇ ਕਰਕੇ ਪੰਜਾਬ ਦੇ ਵਿੱਚ ਇਕੱਲਿਆਂ ਚੋਣਾਂ ਲੜਨ ਦੀ ਤਿਆਰੀ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਨਹੀਂ ਸੀ ਚਾਹੁੰਦੀ ਵੀ ਕੋਈ ਬੰਦੇ ਦੇ ਉੱਪਰ ਕਿਸੇ ਤਰ੍ਹਾਂ ਦਾ ਮਾੜਾ ਕੋਈ ਕਲੰਕ ਲੱਗਿਆ ਹੋਵੇ ਤੇ ਅਸੀਂ ਉਹਦੇ ਲਈ ਬਦਨਾਮੀ ਦਾ ਜਿਹੜਾ ਕਾਰਨ ਬਣੀਏ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਵੀ ਬਹੁਤ ਸਾਰੇ ਮੁਕੱਦਮੇ ਚੱਲਦੇ, ਬਾਅਦ ਦੇ ਵਿੱਚ ਉਹ ਬਰੀ ਹੋ ਗਏ। ਲੇਕਿਨ ਹੁਣ ਬੀਜੇਪੀ ਅੰਦਰ ਖਾਤੇ, ਹੁਣ ਜਿਵੇਂ ਬੀਜੇਪੀ ਨੂੰ ਪਤਾ ਹੈ, ਸੁਭਾਸ਼ ਸ਼ਰਮਾ ਜਿਹੜੇ ਨੇ ਉਹਨਾਂ ਨੂੰ ਪਤਾ ਕਿ ਮੈਨੂੰ ਹਟਾ ਦੇਣਾ, ਉਹਨਾਂ ਨੇ ਟਰਮ ਉਹਨਾਂ ਦੀ ਪੂਰੀ ਹੋਣੀ ਸੀ ਹਾਲਾਂਕਿ ਜਨਵਰੀ ਦੇ ਵਿੱਚ, ਲੇਕਿਨ ਉਦੋਂ ਪਹਿਲਾਂ ਉਹਨਾਂ ਨੂੰ ਹਟਾ ਦੇਣਾ। ਬੀਜੇਪੀ ਅੰਦਰੋਂ ਔਖੀ ਜ਼ਰੂਰ ਹੈ, ਲੇਕਿਨ ਜਿਹੜੀ RSS ਹੈ ਤੇ ਬੀਜੇਪੀ ਹੈ, ਉਹਨਾਂ ਦੇ ਆਗੂ ਹੈ, ਉਹ ਬੜੇ ਸਿਆਣੇ ਨੇ। ਉਹ ਇਹਨਾਂ ਨੂੰ ਸਮਝਾ ਰਹੇ ਨੇ ਕਿ ਜੇ ਸਾਡੇ ਅਕਾਲੀ ਦਲ ਨਾਲ ਰਿਲੇਸ਼ਨ ਨਹੀਂ ਬਣ ਰਹੇ ਤਾਂ ਜੇ ਅਸੀਂ ਕਾਂਗਰਸ ਜਿਹੜੇ ਬੰਦੇ ਲੈ ਕੇ ਆ ਰਹੇ ਹਾਂ ਤੇ ਤੁਹਾਨੂੰ ਵੀ ਐਡਜਸਟ ਕਰਾਂਗੇ ਤੇ ਇਹਨਾਂ ਨੂੰ ਵੀ ਐਡਜਸਟ ਕਰਨਾ। ਹੁਣ ਪਾਰਟੀ ਦੇ ਲਾਈਨ ਦੇ ਵਿੱਚ ਤੁਸੀਂ ਦੇਖੋ, ਅਕਸਰ ਹੁੰਦਾ ਹੈ ਕਿ ਬੀਜੇਪੀ ਇੱਕ ਐਸੀ ਪਾਰਟੀ ਹੈ ਜਿਹੜੀ ਪਹਿਲਾਂ ਸੀਨੀਅਰਟੀ ਦੇਖਦੀ ਹੈ, ਲੇਕਿਨ ਹੁਣ ਇਹ ਚਰਚਾ ਚੱਲਦੀ ਹੈ ਕਿ ਅਸ਼ਵਨੀ ਸ਼ਰਮਾ ਨੂੰ ਹਟਾ ਕੇ ਸੁਨੀਲ ਜਾਖੜ ਨੂੰ ਪ੍ਰਧਾਨ ਬਣਾ ਦਿੱਤਾ ਜਾਵੇ। ਇਸੇ ਕਰਕੇ ਅਸ਼ਵਨੀ ਸ਼ਰਮਾ ਕਾਫੀ ਹੁਣ ਇੱਕ ਜਿਹੜੇ ਅਗਰੈਸਿਵ ਰੂਪ ਦੇ ਵਿੱਚ ਜਿਹੜੇ ਦਿਖਾਈ ਦੇ ਰਹੇ ਨੇ। ਕੱਲ ਵੀ ਉਹਨਾਂ ਨੇ ਇੱਕ ਵਿਰੋਧ ਜਿਹੜਾ ਮਾਰਚ ਕਰਨਾ ਹੈ। ਹੁਣ ਜਿੰਨੀਆਂ ਵੀ ਪ੍ਰੈਸ ਕਾਨਫਰੰਸਾਂ ਹੋ ਰਹੀਆਂ, ਜਿੰਨੀਆਂ ਜੁਆਇਨਿੰਗ ਹੋ ਰਹੀਆਂ, ਉਹਦੇ ਵਿੱਚ ਪ੍ਰਧਾਨ ਦਾ ਹੋਣਾ ਜ਼ਰੂਰੀ ਵੀ ਹੈ, ਅਸ਼ਵਨੀ ਸ਼ਰਮਾ ਹੁੰਦੇ ਵੀ ਹੈ। ਬੀਜੇਪੀ ਦੇ ਜਿਹੜਾ ਛੋਟਾ ਵਰਕਰ ਉਹ ਬਿਲਕੁਲ ਅੰਦਰੋਂ ਔਖਾ ਹੈ, ਪਰ ਇਹਦੇ ਵਿੱਚ ਬੀਜੇਪੀ ਦਾ ਅਸਲ ਦੇ ਵਿੱਚ ਕਾਰਨ ਹੈ ਕਿ ਬੀਜੇਪੀ ਪੰਜਾਬ ਦੇ ਵਿੱਚ ਆਪਣੇ ਪੈਰ ਨਹੀਂ ਲਾ ਸਕੀ। ਇੱਕ ਤਾਂ ਖੇਤੀ ਅੰਦੋਲਨ ਨੇ ਬੀਜੇਪੀ ਦੇ ਪੈਰ ਉਖੇੜ ਦਿੱਤੇ, ਦੂਜਾ ਹੈਗਾ ਕਿ ਬੀਜੇਪੀ ਦੇ ਨਾਲ ਜਿਹੜੇ ਵਪਾਰੀ ਵਰਗ ਜੁੜਿਆ ਹੋਇਆ ਨਾ ਜੀ, ਉਹ ਵਪਾਰੀ ਵਰਗ ਜਿਹੜਾ ਦੁਕਾਨਦਾਰ ਜਾਂ ਆਪਣਾ ਬਿਜ਼ਨਸ ਨਹੀਂ ਛੱਡ ਸਕਦਾ, ਗਰਾਊਂਡ ਲੈਵਲ ਦੇ ਉੱਤੇ ਬੀਜੇਪੀ ਦੀ ਜੜ ਨਹੀਂ ਲੱਗ ਸਕੀ। ਤੁਸੀਂ ਆਪੇ ਦੇਖ ਲਓ ਵੀ ਸਿਰਫ 2 ਸੀਟਾਂ ਬੀਜੇਪੀ ਜਿੱਤ ਸਕੀ, ਅਸ਼ਵਨੀ ਸ਼ਰਮਾ ਇੱਕ ਜਿੱਤ ਸਕੇ, ਇੱਕ ਹੋਰ ਸੀਟ ਜਿੱਤ ਸਕੇ। ਸੋ ਅਸਲ ਦੇ ਵਿੱਚ ਬੀਜੇਪੀ ਜਿਹੜੀ ਹੈਗੀ ਹੈ ਉਹਨੇ ਪੰਜਾਬ ਨੂੰ ਕਦੇ ਨਾ ਸਮਝਿਆ ਤੇ ਨਾ ਸਮਝਣ ਦੀ ਲੋੜ ਰਹੀ ਹੈ। 23 ਸੀਟਾਂ ਨੂੰ ਚਾਹੀਦੀਆਂ ਹੁੰਦੀਆਂ ਸੀ। ਅਕਾਲੀ ਦਲ ਨਾਲ ਜਦੋਂ ਸਮਝੌਤਾ ਸੀ ਤੇ ਕਾਂਗਰਸ ਦੂਜੇ ਪਾਸੇ ਲੜਦੀ ਸੀ ਇਲੈਕਸ਼ਨ, ਤੇ ਲੋਕਾਂ ਕੋਲ ਬਦਲ ਨਹੀਂ ਸੀ ਕੋਈ ਹੁੰਦਾ। ਹੁਣ ਤੀਜਾ ਬਦਲ ਜਿਹੜਾ ਆ ਗਿਆ ਨਾ ਆਮ ਆਦਮੀ ਪਾਰਟੀ ਵਾਲਾ, ਸੋ ਇਹਦੇ ਕਰਕੇ ਬੀਜੇਪੀ ਨੂੰ ਹੁਣ ਲੱਗਦਾ ਕਿ ਸਾਡਾ ਜਿਹੜਾ ਵੋਟ ਬੈਂਕ ਹੈ ਉਹ ਹਿੰਦੂ ਜਿਹੜਾ ਵੋਟ ਬੈਂਕ ਹੈ ਜਾਂ ਸ਼ਹਿਰੀ ਵੋਟ ਬੈਂਕ ਹੈ ਉਹ ਖਿਸਕ ਗਿਆ। ਇਸ ਕਰਕੇ ਹੁਣ ਬੀਜੇਪੀ ਚਾਹੁੰਦੀ ਹੈ ਵੀ ਸਾਡੀ ਜਿਹੜੀ ਪੁੱਛਗਿੱਛ ਵੀ ਹੋਵੇ। ਹਾਲਾਂਕਿ ਸ਼ੁਰੂ ਤੋਂ ਹੀ ਰਿਹਾ, ਜਦੋਂ ਅਕਾਲੀ ਭਾਜਪਾ ਸਰਕਾਰ ਸੀ ਉਦੋਂ ਵੀ ਬੀਜੇਪੀ ਦੇ ਮੰਤਰੀ, ਜਿੰਨੇ ਮੰਤਰੀ ਤੁਸੀਂ ਦੇਖੋ, ਉਹ ਸਾਰੇ ਐਸੇ ਮੰਤਰੀ ਸੀ ਬਿਲਕੁਲ ਡੰਮੀ ਮੰਤਰੀ। ਹਾਲਾਂਕਿ ਉਹਨਾਂ ਦੀ ਪੁੱਛਗਿੱਛ ਬਹੁਤੀ ਨਹੀਂ ਸੀ ਹੁੰਦੀ, ਲੇਕਿਨ ਇਸੇ ਕਰਕੇ ਹੁਣ ਬੀਜੇਪੀ ਚਾਹੁੰਦੀ ਹੈ ਕਿ ਅਸੀਂ ਕਿਸੇ ਤਰੀਕੇ ਨਾਲ ਆਪਣੀ ਜਿਹੜੀ ਜੜ ਲਾ ਸਕੀਏ, ਲੇਕਿਨ ਜੜ ਲਾਉਣੀ ਬੜੀ ਔਖੀ ਹੋਈ। ਹੁਣ ਵੈਸੇ ਅਸੀਂ ਕਈ ਪ੍ਰੋਗਰਾਮ ਦੇ ਵਿੱਚ ਡਿਸਕਸ਼ਨ ਕੀਤੀ ਹੈ ਕਿ ਈਸਾਈ ਧਰਮ ਵਾਲੇ ਕਾਫੀ ਪ੍ਰਚਾਰ ਕਰ ਰਹੇ ਆ, ਉਹ ਧਰਮ ਪਰਿਵਰਤਨ ਵੀ ਕਰ ਰਹੇ ਆ। ਹੁਣ ਇਸ ਵੇਲੇ ਖਬਰਾਂ ਆ ਰਹੀਆਂ ਕਿ SGPC ਤੇ RSS ਇਹਨਾਂ ਨੇ ਨੋਟਿਸ ਗੰਭੀਰ ਲਿਆ ਹੈ ਕਿ ਹੁਣ ਇਹ ਜਿਹੜੀ ਧਰਮ ਪਰਿਵਰਤਨ ਨੂੰ ਰੋਕਣਾ ਕਿੱਦਾਂ ਹੈ। ਦੇਖੋ ਉਹਦੇ 'ਚ ਨਾ ਧਰਮ ਜਾਗਰਣ ਮੰਚ ਇੱਕ ਜਿਹੜਾ ਖਾਸ ਤੌਰ ਤੇ RSS ਦੇ ਜਿਹੜੇ ਆਗੂ ਨੇ ਉਹਨਾਂ ਨੇ ਬਣਾਇਆ
ਤੇ ਦੂਜੇ ਪਾਸੇ ਇਹਦੇ 'ਚ ਬੀਜੇਪੀ ਦੇ ਆਗੂਆਂ ਨੇ ਵੀ ਇਹਦੇ 'ਚ ਸ਼ਮੂਲੀਅਤ ਕੀਤੀ ਹੈ। ਉਹਨਾਂ ਨੇ ਵੀ ਇਸੇ ਗੱਲ ਦੇ ਉੱਤੇ ਪਹਿਰਾ ਦਿੱਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਨੇ ਜਿਹਦੇ 'ਚ ਧਰਮ ਪਰਿਵਰਤਨ ਦੀਆਂ ਬਹੁਤ ਸਾਰੀਆਂ ਖਬਰਾਂ ਵੀ ਆ ਰਹੀਆਂ। ਜਿਹੜੇ ਪਾਸਟਰ ਨੇ ਉਹਨਾਂ ਦੇ ਖਿਲਾਫ ਈਸਾਈ ਭਾਈਚਾਰਾ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਇਸ ਤਰ੍ਹਾਂ ਦੀ ਜਿਹੜੀ ਹੈ ਇਹਨੂੰ ਡੈਮੇਜ ਕਰਨ ਦੀ ਲੱਗਿਆ ਹੋਇਆ ਹੈ। ਹਾਲਾਂਕਿ ਹੁਣ ਤੁਸੀਂ ਦੇਖੋ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਵੀ ਇਹਨੂੰ ਤੋੜਨ ਦੇ ਯਤਨ ਹੋ ਰਹੇ ਨੇ, ਜਿੱਥੇ ਇੱਕ ਪਾਸੇ ਹਰਿਆਣੇ ਦੇ ਵਿੱਚ ਇਹ ਗੱਲ ਚੱਲ ਰਹੀ ਹੈ, ਦੂਜੇ ਪਾਸੇ ਪੰਜਾਬ ਦੇ ਵਿੱਚ ਚੱਲ ਰਹੀ ਹੈ। ਅੱਜ ਤੱਕ ਨਵੀਂ ਗੱਲ ਹੋ ਗਈ, ਗੁਰਦੁਆਰਾ ਨਾਢਾ ਸਾਹਿਬ ਜਿਹੜਾ ਹੈਗਾ ਉਹਦਾ ਕਬਜ਼ਾ ਜਿਹੜਾ ਸਿੱਧੇ ਤੌਰ ਦੇ ਉੱਤੇ ਭਾਵੇਂ ਨਹੀਂ ਲਿਆ, ਲੇਕਿਨ ਬਾਬਾ ਬਲਜੀਤ ਸਿੰਘ ਦਾਦੂਵਾਲ ਜਿਹੜੇ ਨੇ ਜਿਨ੍ਹਾਂ ਨੇ ਸਰਸੇ ਦੇ ਗੁਰੂ ਘਰ ਦਾ ਕਬਜ਼ਾ ਵੀ ਲੈ ਲਿਆ, ਇਹ ਨਾਢਾ ਸਾਹਿਬ ਦਾ ਵੀ ਘਰ ਦਾ ਕਬਜ਼ਾ ਲੈ ਲਿਆ। RSS ਔਰ ਇਹਦੇ ਨਾਲ ਹੀ ਜਿਹੜੀ ਹੈਗੀ ਹੈ ਭਾਰਤੀ ਜਨਤਾ ਪਾਰਟੀ, ਉਹ ਚਾਹੁੰਦੀ ਹੈ ਕਿ ਜਿਹੜਾ ਧਰਮ ਤਬਦੀਲੀ ਦੀਆਂ ਖਬਰਾਂ ਆ ਰਹੀਆਂ ਨੇ, ਧਰਮ ਪਰਿਵਰਤਨ ਦੀਆਂ ਖਬਰਾਂ ਆ ਰਹੀਆਂ ਨੇ, ਉਹਦੇ ਤੇ ਉਹਨਾਂ ਨੇ ਚਿੰਤਾ ਪ੍ਰਗਟਾਈ ਹੈ। ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਇੱਕ ਤਰ੍ਹਾਂ ਦਾ ਜਿਹੜਾ ਹੈਗਾ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਜਿਹੜਾ ਸਿਰਜਿਆ ਜਾ ਰਿਹਾ ਸੀਗਾ ਧਰਮ ਪਰਿਵਰਤਨ ਦਾ ਪੰਜਾਬ ਦੇ ਵਿੱਚ, ਉਸ ਨੂੰ ਸਮਾਪਤ ਕਰਨ ਦੇ ਲਈ ਬੀਜੇਪੀ ਨੂੰ ਇਹ ਪਤਾ ਲੱਗ ਗਿਆ ਵੀ ਅਕਾਲੀ ਦਲ ਆਪਣੇ ਵੱਲੋਂ ਦੋ ਥਾਵਾਂ ਦੇ ਉੱਤੇ ਕੇਂਦਰ ਖੋਲ੍ਹ ਚੁੱਕਾ ਹੈ ਤੇ ਅਸੀਂ ਵੀ ਪੰਜਾਬ ਦੇ ਵਿੱਚ ਜੇਕਰ ਧਰਮ ਪਰਿਵਰਤਨ ਦੀ ਖਿਲਾਫ ਜੇ ਕੋਈ ਗੱਲ ਕਰਨੀ ਹੈ ਧਰਮ ਜਾਗਰਣ ਮੰਚ RSS ਵੱਲੋਂ ਤੇ ਬੀਜੇਪੀ ਦੇ ਆਗੂਆਂ ਵੱਲੋਂ, ਤਾਂ ਸਾਨੂੰ ਵੀ ਰਲਦਾ ਮਿਲਦਾ ਕੰਮ ਹੈ ਜਿਹੜਾ ਉਹ ਕਰਨਾ ਪਏ। ਹੁਣ ਆਖਰ ਦੇ ਵਿੱਚ ਕਾਫੀ ਸਮਾਂ ਪਹਿਲਾਂ ਰਾਡੀਓ ਟੇਪ ਆਈ ਸੀ ਤੇ CBI ਨੇ ਫਾਈਨਲੀ ਕੋਰਟ ਨੂੰ ਕਹਿ ਦਿੱਤਾ ਕਿ ਇਹ 'ਚ ਕੋਈ ਅਪਰਾਧੀ ਕਾਰਵਾਈ ਨਹੀਂ ਹੈ। ਇਹ ਰਾਡੀਆ ਕੇਸ ਅੱਜ ਤੋਂ 12-13 ਸਾਲ ਪਹਿਲਾਂ ਬੰਬ ਲੈ ਕੇ ਆਇਆ, ਧਮਾਕਾ ਕੀਤਾ ਸੀ। ਹੁਣ ਬਹੁਤ ਸਾਰੇ ਕੇਸ ਇਦਾਂ ਦੇ ਆ ਜਿਹੜੇ ਇੱਕ ਜ਼ਮਾਨੇ ਦੇ ਵਿੱਚ ਧਮਾਕਾ ਲੈ ਕੇ ਆਉਂਦੇ, ਫਿਰ ਉਹ ਫਿਸਲ ਹੋ ਜਾਂਦੇ ਆ। ਅਕਸਰ ਹੀ ਹੁੰਦਾ ਜੀ ਇਹ ਕੋਈ ਜਿਹੜੀ ਨੀਰਾ ਰਾਡੀਆ ਟੇਪਸ ਸੀਗੀਆਂ, ਤੁਹਾਨੂੰ ਸ਼ਾਇਦ ਯਾਦ ਹੋਣਾ, ਉਹਦੇ 'ਚ ਬੜਾ ਇਹ ਵੱਡਾ ਕੇਸ ਸਾਹਮਣੇ ਆਇਆ ਸੀਗਾ। ਅਸਲ 'ਚ ਹੁਣ ਕੀ ਹੋ ਗਿਆ ਜੀ, ਹੁਣ ਸੋਸ਼ਲ ਮੀਡੀਆ ਦੇ ਉੱਤੇ ਇੰਨੀਆਂ ਖਬਰਾਂ ਆ ਗਈਆਂ, ਤੁਸੀਂ ਰੋਜ਼ ਦੀਆਂ 10 ਖਬਰਾਂ ਵੀ ਤੁਸੀਂ ਉਹਦੇ ਚਰਚਾ ਕਰੋ ਤੇ ਦੂਜੇ ਤੀਜੇ ਦਿਨ ਉਹ ਖਬਰਾਂ ਦਾ ਜਿਹੜਾ ਹੈਗਾ ਟੇਸਟ ਖਤਮ ਹੋ ਜਾਂਦਾ ਹੈ। ਹੁਣ ਤੁਸੀਂ ਦੇਖੋ ਵੀ ਚੰਡੀਗੜ੍ਹ ਯੂਨੀਵਰਸਿਟੀ ਦੀ ਖਬਰ ਸੀਗੀ, ਕਿੰਨੀ ਵੱਡੀ ਖਬਰ ਸੀ ਉਹ, ਹਰ ਬੱਚੇ ਦੇ ਨਾਲ ਜੁੜੀ ਹੋਈ, ਹਰ ਪੇਰੈਂਟਸ ਦੇ ਨਾਲ ਜੁੜੀ ਹੋਈ, ਤੇ ਅੱਜ ਉਹ ਦੂਜੇ ਤੀਜੇ ਪੇਜ ਦੇ ਉੱਤੇ ਖਬਰ ਚੱਲੀ ਗਈ। ਖਬਰਾਂ ਬਹੁਤ ਜ਼ਿਆਦਾ, ਐਕਟੀਵਿਟੀਜ਼ ਬਹੁਤ ਜ਼ਿਆਦਾ ਹੋ ਰਹੀਆਂ ਹੈ, ਇਸ ਗੱਲ 'ਚ ਕੋਈ ਸ਼ੱਕ ਨਹੀਂਗਾ। ਹੁਣ ਦੂਜੇ ਪਾਸੇ ਇਹ ਵੀ ਚਰਚਾ ਚੱਲ ਰਹੀ ਹੈ ਕਿ ਫੋਲੋ ਅਪ ਨਹੀਂ ਲੈਂਦੇ, ਫੋਲੋ ਅਪ ਲੈਣ ਦੇ ਲਈ ਟਾਈਮ ਵੀ ਨਹੀਂ ਹੁੰਦਾ ਇੰਨਾ, ਤੇ ਇੰਨੀਆਂ ਲੰਬੀਆਂ ਖਬਰਾਂ ਜਿਹੜੀਆਂ ਹੈਗੀਆਂ ਜਾਂ ਜਿਹੜੀਆਂ ਸਮਾਜ ਦੇ ਵਿੱਚ ਜਿਹੜਾ ਇੱਕ ਬਹੁਤ ਪੈਨਿਕ ਮਾਹੌਲ ਪੈਦਾ ਕਰਨ ਵਾਲੀਆਂ, ਅੱਜ ਤੁਸੀਂ ਦੇਖੋ ਵੀ ਅਸ਼ੋਕ ਗਹਿਲੋਤ ਜਿਹੜੇ ਪਹਿਲਾਂ ਰਾਜਸਥਾਨ ਦੇ ਮੁੱਖ ਮੰਤਰੀ ਸੀ, ਤੇ ਅੱਜ ਹੁਣ ਚਰਚਾ ਇਹ ਹੋ ਰਹੀ ਹੈ ਕਿ ਉਹਨਾਂ ਨੂੰ ਪ੍ਰਧਾਨ ਬਣਾਇਆ ਜਾ ਰਿਹਾ ਹੈ। ਔਰ ਅੱਜ ਇਹ ਪਹਿਲਾਂ ਚਰਚਾ ਹੋ ਰਹੀ ਸੀ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਜਾ ਰਿਹਾ ਹੈ, ਤੇ ਘੰਟੇ ਬਾਅਦ ਖਬਰ ਆ ਗਈ ਕਿ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਬੁਲਾਉਣ ਤੋਂ ਗਵਰਨਰ ਨੇ ਇਨਕਾਰ ਕਰ ਦਿੱਤਾ। ਕਾਨੂੰਨ ਦੇ ਵਿੱਚ ਕੋਈ ਐਸਾ ਪ੍ਰੋਵੀਜ਼ਨ ਨਹੀਂਗਾ। ਜਿਵੇਂ ਜਿਵੇਂ ਟੈਕਨੀਕ ਵੱਧ ਰਹੀ ਹੈ, ਇੰਟਰਨੈਟ ਫਾਸਟ ਹੋ ਰਿਹਾ ਹੈ, ਪਹਿਲਾਂ ਹੁੰਦਾ ਸੀਗਾ ਕਿ ਸਾਨੂੰ ਸ਼ਾਮ ਨੂੰ 7 ਵਾਲੀਆਂ ਖਬਰਾਂ ਹੀ ਅਸੀਂ ਸੁਣਦੇ ਸੀ ਦੂਰਦਰਸ਼ਨ ਦੇ ਉੱਤੇ, ਰੇਡੀਓ ਦੇ ਉੱਤੇ, ਤੇ ਫਿਰ ਹੌਲੀ ਹੌਲੀ ਇੱਕ ਬੁਲੇਟਿਨ ਹੋਰ ਹੋ ਗਿਆ। ਹੁਣ ਹਰ ਰੋਜ਼ ਹੀ ਸਾਨੂੰ ਇੱਕ ਨਵੀਂ ਖਬਰ ਲੱਗਦੀ ਹੈ ਤੇ ਦੂਜੇ ਦਿਨ ਅਸੀਂ ਖਬਰ ਉਹ ਭੁੱਲ ਜਾਂਦੇ ਹਾਂ। ਜਸਵਿੰਦਰ ਸਿੰਘ ਜੀ, ਸ਼ੁਕਰੀਆ ਤੁਹਾਡਾ।